ਗੋਲੀਆਂ ਤੱਕ ਚੱਲ ਰਹੀਆਂ ਨੇ। ਅੱਜ ਪੱਟੀ ਦੇ ਵਿੱਚ ਗੋਲੀ ਚੱਲੀ ਹੈ, ਭਿੱਖੀਵਿੰਡ ਦੇ ਵਿੱਚ ਪਹਿਲਾਂ ਗੋਲੀਆਂ ਚੱਲੀਆਂ ਨੇ। ਸੁਖਬੀਰ ਬਾਦਲ ਜਲਾਲਾਬਾਦ ਗਏ ਨੇ, ਉੱਥੇ ਕਾਂਗਰਸ ਤੇ ਫਿਰ ਇਲਜ਼ਾਮ ਲੱਗੇ ਨੇ, ਉਹਨਾਂ ਦੀ ਗੱਡੀ ਤੇ ਅਟੈਕ ਹੋਇਆ, ਸਾਰਾ ਕੁਝ ਸਾਹਮਣੇ ਆਇਆ। ਦੇਖੋ ਗੱਲ ਇਹ ਹੈ, ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਨਾ, ਤੇ ਚਾਹੇ ਸ਼ਤਰੰਜ ਖੇਡ ਲਓ ਜਾਂ ਕੈਰਮ ਬੋਰਡ ਲੂਡੋ, ਜਿਹੜੇ ਜਦੋਂ ਹਾਰਦੇ ਹੁੰਦੇ ਸੀ ਨਾ ਤੇ ਉਦੋਂ ਫਿਰ ਬਾਜੀ ਪਲਟਾ ਦਿੰਦੇ ਸੀ ਵੀ ਇਹ ਤਾਂ ਮੈਂ ਹਾਰਦਾ ਤੇ ਇਸ ਕਰਕੇ ਰੌਲਾ ਹੀ ਪਾ ਲਓ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੀ ਸ਼ਹਿਰੀ ਵੋਟ ਹੈ ਉਹ ਭਾਜਪਾ ਵੱਲ ਕਿੰਨੀ ਕੁ ਜਾਣ ਦੀ ਉਮੀਦ ਹੈ? ਦੇਖੋ ਜੀ ਗੱਲ ਇਹ ਆ, ਉਹ ਕਹਿੰਦਾ ਵੀ ਨਾਈਆ ਵਾਲ ਕਿੱਡੇ ਕਿੱਡੇ, ਉਹ ਕਹਿੰਦਾ ਜਜਮਾਨਾ ਸਾਹਮਣੇ ਹੀ ਆ ਡਿੱਗਣੇ। ਤੇ ਮੈਨੂੰ ਨਹੀਂ ਲੱਗਦਾ ਜੇ ਆਪਣੇ ਪਰਿਵਾਰ ਤੋਂ ਬਾਅਦ ਕੋਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਵੋਟ ਪਾ ਦੇਵੇ, ਜ਼ਮਾਨਤਾਂ ਜ਼ਬਤ ਹੋਣੀਆਂ। ਸੋਈ ਸਾਹਿਬ, ਵਾਕਈ ਕੀ ਭਾਜਪਾ ਦਾ ਇਹੋ ਹਾਲ ਹੈਗਾ ਜਾਂ ਜਿਵੇਂ ਕਹਿ ਰਹੇ ਨੇ ਕਿ ਕੈਂਡੀਡੇਟ ਨਹੀਂ ਮਿਲੇ ਜਾਂ ਐਡੀ ਵੱਡੀ ਵਿਰੋਧਤਾ ਜਿਹੜੀ ਹੋ ਰਹੀ ਹੈ? ਹੁਣ ਜੇ ਤੁਸੀਂ ਤੁਹਾਡੇ ਕੋਈ ਐਮਐਲਏ ਜਾਂ ਕੋਈ ਤੁਹਾਡੇ ਲੋਕਲ ਲੀਡਰ ਜੇ ਕੋਈ ਗੁੰਡਾਗਰਦੀ ਕਰਦੇ ਨੇ ਜਾਂ ਕੋਈ ਆਤੰਕ ਫੈਲਾਉਂਦੇ ਨੇ ਜਾਂ ਅਰਾਜਕਤਾ ਕਰਦੇ ਨੇ ਤਾਂ ਉਹਨਾਂ ਨੂੰ ਰੋਕਣਾ ਵੀ ਤਾਂ ਸਰਕਾਰ ਦਾ ਹੀ ਕੰਮ ਹੈ। ਹੁਣ ਜੇ ਤੁਸੀਂ ਕਹੋ ਕਿ ਜਿਹੜੀ ਸਰਕਾਰ ਦੀ ਤਾਕਤ ਦੇ ਨਾਲ ਜਾਂ ਬੀਜੇਪੀ ਲੜ ਲੇ ਜਾਂ ਅਕਾਲੀ ਦਲ ਲੜ ਲੇ ਜਾਂ ਆਪ ਪਾਰਟੀ ਲੜ ਲੇ, ਉਹ ਤਾਂ ਨਹੀਂ ਨਜ਼ਰ ਆਉਂਦਾ ਨਾ। ਜਿੰਨੇ ਵੀ ਸਾਡੇ ਪੰਜਾਬ ਦੀ ਪਬਲਿਕ ਹੈਗੀ ਆ ਉਹ ਦੇਖਦੀ ਲੜਦੀ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬੀਜੇਪੀ ਤੋਂ ਇਲਾਵਾ ਕਿਸੇ ਹੋਰ ਨੂੰ ਵੋਟ ਪਾਉਂਦੀ। ਅਸੀਂ ਬਿਨਾਂ ਸਰਕਾਰ 'ਚ ਹੁੰਦਿਆਂ ਹੋਇਆਂ ਉਹ ਕੰਮ ਕਰਤੇ ਨੇ ਮੋਦੀ ਸਾਹਿਬ ਨੇ ਪੰਜਾਬ ਵਾਸਤੇ ਜਿਹੜੇ ਕਿ ਪੰਜਾਬੀ ਸੋਚ ਵੀ ਨਹੀਂ ਸੀ ਸਕਦੇ। ਅਸੀਂ ਸਰਕਾਰ ਬਣਾਈ ਸੀ ਨਸ਼ੇ ਦਾ ਖਾਤਮਾ ਕਰਨ ਲਈ, 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਖਾਤਮਾ ਹੋ ਗਿਆ, ਸਾਨੂੰ ਵੋਟਾਂ ਪਾਓ। ਅਸੀਂ ਜਿਹੜਾ ਕਰਜ਼ਾ ਕੁਰਕੀ ਖਤਮ, ਉਹ ਕਰਜ਼ਾ ਮਾਫ, ਉਹਦੀ ਸਾਨੂੰ ਵੋਟਾਂ ਪਾਓ। ਘਰ ਘਰ ਨੌਕਰੀ ਦੇਤੀ, ਸਾਨੂੰ ਵੋਟਾਂ ਪਾਓ। ਹਰ ਬੱਚੇ ਨੂੰ ਸਮਾਰਟਫੋਨ ਦੇਤਾ, ਸਾਨੂੰ ਵੋਟਾਂ ਪਾਓ। ਕੀਤਾ ਕਰਾਇਆ ਤੇ ਕੱਖ ਨਹੀਂ। ਮਾਫੀ ਮੰਗ ਕੇ ਤੁਹਾਡੇ ਚਰਨਾਂ ਦੇ ਵਿੱਚ ਫਿਰ ਮੈਂ ਤੁਹਾਨੂੰ ਆ ਬੇਨਤੀ ਕਰਨਾ ਚਾਹੁੰਦਾ, ਜੇ ਇੰਨਾ ਹੀ ਕਾਨੂੰਨ ਵਧੀਆ ਹੁੰਦੇ, ਤੁਸੀਂ ਕਹਿੰਦੇ ਹੋ ਕਿ 200 ਉੱਥੇ ਸ਼ਹੀਦੀਆਂ ਹੋ ਗਈਆਂ, ਪੰਜਾਬ 'ਚ ਪਿਛਲੇ 4 ਵਰ੍ਹੇ 'ਚ 3200 ਕਿਸਾਨ ਆਤਮ ਹੱਤਿਆ ਕਰ ਚੁੱਕੇ ਨੇ। 99% ਜ਼ਮੀਨਾਂ ਸਾਡੀਆਂ ਨੇ, ਉਹਨਾਂ ਤੇ ਲਾਲ ਲਕੀਰ ਵੱਜੀ ਹੋਈ ਹੈ। ਸਿਰਫ 4000 ਪ੍ਰਾਪਰਟੀ ਆ। ਇਹ ਮੈਂ ਤੁਹਾਨੂੰ ਦੱਸਣਾ, 1 ਕਰੋੜ ਤੇ 2 ਲੱਖ ਏਕੜ ਜ਼ਮੀਨ ਆ ਪੰਜਾਬ 'ਚ। 99 ਲੱਖ ਏਕੜ ਦੇ ਪੰਜਾਬ ਦੇ ਵਿੱਚ ਲਾਲ ਲਕੀਰ ਵੱਜੀ ਹੋਈ ਹੈ, ਜ਼ਮੀਨਾਂ ਸਾਡੀਆਂ ਗਿਰਵੀ ਨੇ। ਸੋਈ ਸਾਹਿਬ, ਫਿਰ ਹੋਰ ਪਾਸੇ ਗੱਲ ਚਲੇ ਜਾਂਦੀ ਆ, ਪਰ ਗੱਲ ਤਾਂ ਇਹ ਹੈ ਨਾ ਕਿ ਕਿਸਾਨ ਬਿਹਤਰੀ ਚਾਹੁੰਦੇ ਨੇ ਤੇ ਬਿਹਤਰੀ ਤਾਂ 6 ਸਾਲ ਦੇ ਵਿੱਚ ਹੋਈ ਨਹੀਂ। ਫਿਰ ਤੁਹਾਡੀ ਵੀ ਸਰਕਾਰ ਸੈਂਟਰ ਦੇ ਵਿੱਚ ਹੈ, ਬਿਹਤਰੀ ਤਾਂ ਹੁਣ ਤੱਕ ਨਹੀਂ ਹੋਈ। ਫਿਰ ਜੇ 3200 ਕਿਸਾਨ ਖੁਦਕੁਸ਼ੀ ਕਰ ਗਿਆ ਤਾਂ ਤੁਹਾਡੀ ਸਰਕਾਰ ਵੀ ਜ਼ਿੰਮੇਵਾਰ ਹੈ ਨਾ। ਡਾਕਟਰ ਮਨਮੋਹਨ ਸਿੰਘ ਵੱਲ ਦੇਖ ਕੇ ਇਸ਼ਾਰਾ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਤਾਂ ਉਹਨਾਂ ਦੀਆਂ ਪਾਲਿਸੀਜ਼ ਹੀ ਲਾਗੂ ਕਰ ਰਹੇ ਹਾਂ, ਜੋ ਕੁਝ ਉਹ ਕਰਨਾ ਚਾਹੁੰਦੇ ਸੀਗੇ ਉਹੀ ਕੁਝ ਅਸੀਂ ਕੀਤਾ ਹੈ। ਤੇ ਫਿਰ ਪ੍ਰਧਾਨ ਮੰਤਰੀ ਬਣਨ ਦੀ ਲੋੜ ਕੀ ਸੀ ਉਹਨਾਂ ਨੂੰ? ਫਿਰ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਰਹਿਣ ਦਿੰਦੇ। ਇੱਕ ਪੜ੍ਹਿਆ ਲਿਖਿਆ ਬੰਦਾ ਜਦੋਂ ਕੋਈ ਕਿਤਾਬ ਪੜ੍ਹਦਾ ਤਾਂ ਉਹ ਸਾਰੀ ਕਿਤਾਬ ਪੜ੍ਹਦਾ, ਇੱਕ ਅਨਪੜ੍ਹ ਬੰਦਾ ਸਿਰਫ ਫੋਟੋਆਂ ਵੇਖਦਾ। ਸਮਝ ਆਈ ਕਿ ਨਹੀਂ? ਤੇ ਹੁਣ ਤੁਸੀਂ ਸਮਝ ਸਕਦੇ ਹੋ ਗੱਲ ਨੂੰ ਵੀ ਇੱਕ ਅਨਪੜ੍ਹ ਬੰਦੇ ਬਾਂਦਰ ਦੇ ਹੱਥ ਬੰਦੂਕ ਦੇਣ ਵਾਲੀ ਗੱਲ ਹੈ। ਅਨਪੜ੍ਹ ਬੰਦੇ ਨੂੰ ਤੁਸੀਂ ਜਦੋਂ ਕਿਤਾਬ ਪੜ੍ਹਾਤੀ, ਉਹਨੂੰ ਪੜ੍ਹਨਾ ਤੇ ਆਉਂਦਾ ਨਹੀਂ, ਉਹ ਫੋਟੋਆਂ ਵੇਖ ਕੇ ਉਸ ਨੂੰ ਅੰਦਾਜ਼ਾ ਲਾਉਂਦਾ ਵੀ ਇਹਦੇ ਚਾਹ ਮਤਲਬ ਸੂਟ ਕਰ ਗਿਆ ਕਾਂਗਰਸ ਨੂੰ ਕਿ ਜਿਹੜਾ ਵਿਰੋਧ ਪ੍ਰਦਰਸ਼ਨ ਕਿਸਾਨੀ ਵਾਲਾ ਹੋ ਰਿਹਾ, ਆਪਣੀਆਂ ਗੱਲਾਂ ਜਿਹੜੀਆਂ ਤੁਸੀਂ ਵਾਅਦੇ ਕੀਤੇ ਸੀਗੇ ਉਹਦੇ ਵੱਲ ਕਿਸੇ ਦਾ ਖਿਆਲ ਨਹੀਂ ਜਾ ਰਿਹਾ ਇਸ ਵੇਲੇ। ਭਾਜਪਾ ਅੱਜ ਤੱਕ ਕਾਂਗਰਸ ਦਾ ਨਹਿਰੂ ਤੋਂ ਲੈ ਕੇ ਤੇ ਰਾਜੀਵ ਗਾਂਧੀ ਤੱਕ ਕਾਂਗਰਸ ਦਾ ਵਿਰੋਧ ਕਰਕੇ ਤੇ ਪ੍ਰੋਪੇਗੰਡਾ ਕਰਕੇ ਪਾਵਰ ਚਾਹੀ ਹੈ। ਇਸ ਗੱਲ ਨੂੰ ਤੁਸੀਂ ਵੀ ਜਾਣਦੇ ਹੋ, ਕੰਧ ਤੇ ਲਿਖਿਆ ਪੜ੍ਹ ਲਓ, ਸਾਰੀ ਦੁਨੀਆ ਨੂੰ ਪਤਾ। ਗੱਲ ਇਹ ਹੈ ਵੀ ਇਹ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਹੈ ਨਾ, ਉਹ ਹੁਣ ਲੋਕਾਂ ਦੇ ਸਾਹਮਣੇ ਆ ਗਈਆਂ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਇਸ ਦੇਸ਼ ਦੀ ਅਗਵਾਈ ਕੀਤੀ। ਜਿਹੜਾ ਇਹ ਸ਼ੁਰੂਆਤ ਪੰਜਾਬ ਤੋਂ ਹੋਈ ਹੈ, ਮੈਂ ਸਮਝਦਾ ਇੱਕ ਬਹੁਤ ਵਧੀਆ ਇਹ ਇੱਕ ਸਿੰਪਟਮ ਹੈ ਜਿਹੜਾ ਇਸ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਤੋਂ ਮੁਕਤ ਕਰਾਉਣ ਦੀ ਜਿਹੜੀ ਮੁਹਿੰਮ ਚੱਲੀ ਹੈ, ਇਹਦਾ ਤੁਸੀਂ ਨਤੀਜਾ 2024 ਦੇ ਵਿੱਚ ਵੇਖੋਗੇ। ਇਹਨਾਂ ਨੂੰ ਤਾਂ ਕਿਸੇ ਨੇ, ਮੈਂ ਕਹਿੰਦਾ ਵੀ ਦਿਲ ਹੀ ਨਹੀਂ ਟੱਪਣ ਦਿਆ ਕਰਨਾ। ਜਿਵੇਂ ਭਾਜਪਾ ਨਾਰਾ ਲਾਉਂਦੀ ਸੀ ਕਾਂਗਰਸ ਮੁਕਤ ਭਾਰਤ, ਕੀ ਕਾਂਗਰਸ ਵੀ ਲਾਵੇਗੀ ਹੁਣ ਭਾਜਪਾ ਮੁਕਤ ਭਾਰਤ? ਨਹੀਂ, ਨਾਰੇ ਨੂਰੇ ਲਾਉਣ ਦੀ ਕੋਈ ਲੋੜ ਨਹੀਂ ਸਾਨੂੰ। ਅਸੀਂ ਕੰਮ ਕਰਕੇ ਵਿਖਾਇਆ, ਕੰਮ ਕਰਕੇ ਵਿਖਾਉਣਾ। ਬਹੁਤ ਚੀਜ਼ਾਂ ਜਿਹੜੀਆਂ ਹੁਣ ਉਹ ਠੇਕੇ ਤੇ ਦੇ ਦਿੱਤੀਆਂ ਗਈਆਂ ਨੇ। ਈਵਨ ਕਿ ਲਾਲ ਕਿਲਾ ਕਹਿੰਦੇ 2018 ਦੇ ਵਿੱਚ ਡਾਲਮੀਆ ਗਰੁੱਪ ਨੂੰ ਦੇ ਦਿੱਤਾ ਗਿਆ ਸੀਗਾ। ਹੋਰ ਵੀ ਪਤਾ ਨਹੀਂ ਕਿੰਨੇ 에ਅਰਪੋਰਟ ਜਿਹੜੇ ਉਹ ਦੇ ਦਿੱਤੇ ਗਏ ਨੇ ਕਾਰਪੋਰੇਟ ਘਰਾਣਿਆਂ ਨੂੰ, ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਜ਼ਿਆਦਾ ਪੂਰਦੀ ਹੈ ਨਾ ਕਿ ਲੋਕਾਂ ਦਾ। ਕਾਂਗਰਸ ਜਦੋਂ ਹੁੰਦੀ ਸੀ ਸਿਰਫ ਕੀ ਚੱਲਦਾ ਸੀਗਾ? ਕਰਪਸ਼ਨ। ਅੱਜ 6 ਸਾਲਾਂ 'ਚ 6.5 ਸਾਲਾਂ 'ਚ ਤੁਸੀਂ 7 ਸਾਲਾਂ 'ਚ ਇੱਕ ਇਲਜ਼ਾਮ ਦੱਸ ਦਿਓ ਕੋਈ ਕਰਪਸ਼ਨ ਦਾ ਲੱਗਿਆ ਹੋਵੇ। ਤੁਸੀਂ ਕੋਈ ਘੁਟਾਲਾ ਨਜ਼ਰ ਆਇਆ ਹੋਵੇ? ਕੋਲ ਘੁਟਾਲਾ, ਕਾਮਨਵੈਲਥ ਘੁਟਾਲਾ, ਸੜਕ ਘੁਟਾਲਾ, ਕੋਈ ਇਦਾਂ ਦਾ ਕੰਮ ਹੁੰਦਾ ਨਹੀਂ ਸੀ ਜਿੱਥੇ ਘੁਟਾਲੇ ਨਹੀਂ ਸੀ। 3G ਘੁਟਾਲਾ, 4G ਘੁਟਾਲਾ। ਅੱਜ ਜਦੋਂ ਘੁਟਾਲੇ ਖਤਮ ਹੋਏ ਤਾਂ ਲੋਕਾਂ ਨੂੰ ਸਾਹ ਮਿਲਣਾ ਸ਼ੁਰੂ ਹੋਇਆ ਕਿ ਜਿਹੜਾ ਇਹ ਕਹਿੰਦੇ ਵੀ ਤਿਰੰਗੇ ਦਾ ਅਪਮਾਨ ਹੋਇਆ, ਤਿਰੰਗੇ ਦਾ ਕਿਸੇ ਨੇ ਕੋਈ ਅਪਮਾਨ ਨਹੀਂ ਕੀਤਾ। ਇਹਨਾਂ ਨੇ ਭੀੜ ਨੂੰ ਲੀਡ ਕਰਕੇ ਆਪਣੇ ਬੰਦੇ ਵਿੱਚ ਵਾੜ ਕੇ ਉੱਥੇ ਆਪਣੇ ਲਾਲ ਕਿਲੇ ਦੇ ਉੱਤੇ ਜਿਹੜਾ ਇਹ ਮੌਬ ਇਕੱਠੀ ਕੀਤੀ। ਔਰ ਇਹਨਾਂ ਦੀ ਜਿਹੜੀ ਹੈ ਸਰਕਾਰ ਦੀ ਇਹ ਪਾਲਿਸੀ ਸੀ ਕਿ ਉੱਥੇ ਮਾਹੌਲ ਖਰਾਬ ਹੋਵੇ ਤੇ ਅਸੀਂ ਇਹ ਕਿਸਾਨਾਂ ਦੇ ਨਾਂ ਲਾਈਏ। ਉਸ ਤੋਂ ਬਾਅਦ ਆ ਗਈ ਜਿਹੜੀ ਇਹਨਾਂ ਨੇ ਗੱਲ ਕੀਤੀ
ਆਪਣੇ MP ਸਾਹਿਬ ਦੀ, ਉਹਨਾਂ ਨੇ ਕਿਹਾ ਵੀ ਮੈਂ ਹਮਲਾ ਕਰਾਇਆ। ਬਿਲਕੁਲ ਨਹੀਂ, ਉਹਨਾਂ ਨੇ ਇਹ ਗੱਲ ਕਹੀ ਹੈ। ਕੱਲ੍ਹ ਨੂੰ ਧਿਆਨ ਨਾਲ ਸੁਣਿਆ ਕਰੋ। ਸੋਈ ਸਾਹਿਬ ਜਿੱਦਾਂ ਸੁਣਨਾ ਚਾਹੁੰਦੇ ਹੋ ਉੱਦਾਂ ਨਹੀਂ ਸੁਣਨਾ, ਜਿਹੜੀ ਗੱਲ ਅਸਲੀਅਤ ਆ ਉਹ ਅਸਲੀਅਤ ਹੀ ਰਹਿਣੀ ਹੈ। ਸੋ ਲਗਾਤਾਰ ਨਗਰ ਨਿਗਮ ਅਤੇ ਨਗਰ ਕੌਂਸਲ ਨਗਰ ਪੰਚਾਇਤ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ, ਪਰ ਕਈ ਥਾਵਾਂ ਤੋਂ ਝੜਪ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਚਾਹੇ ਤਰਨਤਾਰਨ ਦੇ ਪੱਟੀ ਦੀ ਗੱਲ ਹੋਵੇ, ਰੂਪਨਗਰ ਦੀ ਗੱਲ ਹੋਵੇ, ਰਾਜਪੁਰਾ ਦੀ ਗੱਲ ਹੋਵੇ, ਵੱਖ-ਵੱਖ ਥਾਵਾਂ ਤੋਂ ਗੋਲੀਆਂ ਚੱਲ ਗਈਆਂ ਨੇ, ਪੱਗਾਂ ਤੱਕ ਲੱਥ ਗਈਆਂ ਨੇ, ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਬੂਥ ਕੈਪਚਰਿੰਗ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਤਾਂ ਇਹਨਾਂ ਚੋਣਾਂ ਦੇ ਵਿੱਚ ਲਗਾਤਾਰ ਹਿੰਸਾ ਹੋ ਰਹੀ ਹੈ। ਸਵਾਲ ਇਹੀ ਹੈ ਕਿ ਆਖਿਰ ਕਿਉਂ ਹਿੰਸਾ ਕਿਉਂ ਹੋ ਰਹੀ ਹੈ? ਪਾਰਦਰਸ਼ੀ ਢੰਗ ਦੇ ਨਾਲ ਫੇਅਰ ਇਲੈਕਸ਼ਨ ਕਿਉਂ ਨਹੀਂ ਹੋ ਰਹੀ? ਨਿਰਪੱਖ ਚੋਣਾਂ ਕਿਉਂ ਨਹੀਂ ਹੋ ਰਹੀਆਂ? ਸੱਤਾਧਾਰੀ ਧਿਰ ਤੇ ਵੱਡੇ ਇਲਜ਼ਾਮ ਨੇ। ਕਈ ਥਾਵਾਂ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਿੜੇ ਨੇ, ਵਰਕਰ ਭਿੜੇ ਨੇ, ਸਮਰਥਕ ਭਿੜੇ ਨੇ, ਤੇ ਕਈ ਥਾਵਾਂ ਤੇ ਭਾਜਪਾ ਦੇ ਨਾਲ ਵੀ ਝੜਪਾਂ ਦੀਆਂ ਖਬਰਾਂ ਨੇ, ਤੇ ਕਈ ਥਾਵਾਂ ਤੇ ਅਕਾਲੀ ਦਲ ਅਤੇ ਕਾਂਗਰਸ ਸਮਰਥਕ ਆਪਸ ਦੇ ਵਿੱਚ ਭਿੜ ਪਏ ਨੇ। ਕਈ ਥਾਵਾਂ ਤੇ ਪੱਗਾਂ ਤੱਕ ਲੱਥ ਗਈਆਂ ਨੇ। ਤਾਂ ਜਿਸ ਢੰਗ ਦੇ ਨਾਲ ਲਗਾਤਾਰ ਤੁਹਾਨੂੰ ਅਸੀਂ ਇਹ ਅਪਡੇਟ ਦੇ ਰਹੇ ਹਾਂ, ਖਬਰਾਂ ਦੱਸ ਰਹੇ ਹਾਂ ਕਿ ਕਿਵੇਂ ਕਿਵੇਂ ਇਹਨਾਂ ਚੋਣਾਂ ਦੇ ਵਿੱਚ ਹਿੰਸਾ ਹੋ ਰਹੀ ਹੈ। ਤਾਂ ਇਸ ਵੇਲੇ ਡਾਕਟਰ ਕਮਲਜੀਤ ਸੋਈ ਨੈਸ਼ਨਲ ਸਪੋਕਸਪਰਸਨ ਨੇ ਭਾਜਪਾ ਦੇ। ਸੋਈ ਸਾਹਿਬ, ਜਿਸ ਢੰਗ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਹਿੰਸਾ ਹੋ ਰਹੀ ਹੈ, ਭਾਜਪਾ ਦਾ ਵਿਰੋਧ ਤਾਂ ਪਹਿਲਾਂ ਹੀ ਹੋ ਰਿਹਾ ਸੀਗਾ, ਪਰ ਆਪਸ ਦੇ ਵਿੱਚ ਸਮਰਥਕ ਭਿੜ ਰਹੇ ਨੇ, ਕੀ ਕਹੋਗੇ ਕਿਉਂ ਹੋ ਰਿਹਾ ਅਜਿਹਾ ਇਹਨਾਂ ਵੋਟਾਂ ਦੇ ਵਿੱਚ? ਜਦੋਂ ਅਸੀਂ ਡੈਮੋਕ੍ਰੇਸੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਐਕਸਪ੍ਰੈਸ਼ਨ ਆਫ ਯੋਰ ਫਰੀडम ਆਫ ਐਕਸਪ੍ਰੈਸ਼ਨ ਜਿਹੜੀ ਹੈ ਉਹ ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ। ਉਹ ਹੁਣ ਰਾਈਟ ਜੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਜੇ ਯਾਰ ਇਦਾਂ ਦਾ ਰਾਈਟ ਮਾਈਟ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਕੌਣ? ਮੈਂ ਤੁਹਾਨੂੰ ਉਹੀ ਕਹਿ ਰਿਹਾ, ਇਦਾਂ ਦਾ ਰਾਈਟ ਜੇ ਮਾਈਟ ਨਾਲ ਹੀ ਹੋਣਾ ਹੈ ਤੇ ਫਿਰ MLA ਜਾਂ ਕਾਉਂਸਲਰ ਜਾਂ ਪੰਚਾਇਤੀ ਮੈਂਬਰ ਬਣਨ ਦੀ ਜ਼ਰੂਰਤ ਨਹੀਂ ਸੀ। ਫਿਰ ਤੇ ਲਾਠਾ ਡਾਂਗੇ ਸੋਟਿਆਂ ਨੂੰ ਕਹਿ ਦਿੰਦੇ ਵੀ ਜਿਹੜਾ ਤਗੜਾ ਹੈਗਾ ਉਹ ਜਿੱਤ ਜੂਗਾ, ਜਾਂ ਜਿਹਦੀ ਸਰਕਾਰ ਹੈ ਉਹ ਨਾਲ ਆਪਣੇ ਗੁੰਡਾ ਤੰਤਰ ਜਾਂ ਪ੍ਰਸ਼ਾਸਨ ਤੰਤਰ ਲਾ ਕੇ ਤੇ ਚੋਣਾਂ ਕਰਵਾ ਦੇਗੀ। ਫਿਰ ਤੇ ਚੋਣਾਂ ਦਾ ਮੰਤਵ ਕੋਈ ਨਹੀਂ ਰਹਿ ਜਾਂਦਾ। ਤੇ ਜੇ ਤੁਸੀਂ ਜ਼ਿੰਮੇਵਾਰੀ ਕਹਿੰਦੇ ਹੋ ਤੇ ਜ਼ਿੰਮੇਵਾਰੀ ਤੇ ਜਿਹੜੀ ਸਰਕਾਰ ਇਨ ਪਾਵਰ ਹੁੰਦੀ ਹੈ ਉਹਦੀ ਹੀ ਮੰਨੀ ਤੈਅ ਕੀਤੀ ਜਾਂਦੀ ਹੈ। ਤੇ ਇਹਦਾ ਮਤਲਬ ਹੈ ਕਿ ਬਿਲਕੁਲ ਇਸ ਵਕਤ ਜਦੋਂ ਅਸੀਂ ਪ੍ਰਸ਼ਾਸਨ ਕੋਲੋਂ ਜਾਂ ਗਵਰਨਰ ਸਾਹਿਬ ਕੋਲੋਂ ਵੀ ਮੰਗ ਕੀਤੀ ਸੀ ਕਿ ਪੈਰਾਮਿਲਟਰੀ ਫੋਰਸਿਸ ਲਾ ਦਿਓ, ਕਿਉਂਕਿ ਡੈਮੋਕ੍ਰੇਸੀ ਸ਼ੁੱਡ ਰਿਮੇਨ। ਡੈਮੋਕ੍ਰੇਸੀ ਜਿਹੜਾ ਲੋਕਤੰਤਰ ਹੈ ਉਹ ਜਿੱਤਣਾ ਚਾਹੀਦਾ ਹੈਗਾ, ਭਾਵੇਂ ਇਲੈਕਸ਼ਨ 'ਚ ਜਿੱਤ ਜਿਹਦੀ ਮਰਜ਼ੀ ਹੋਵੇ। ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ, ਗੁੰਡਿਆਂ ਦੇ ਆਧਾਰ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਆ ਰਿਹਾ ਤੁਹਾਡੇ ਕੋਲੇ, ਸਾਡੇ ਕੋਲੇ ਕੁੰਵਰ ਹਰਪ੍ਰੀਤ ਸਿੰਘ ਨੇ, ਕਾਂਗਰਸ ਦੇ ਸੀਨੀਅਰ ਆਗੂ ਨੇ। ਹਰਪ੍ਰੀਤ ਜੀ, ਸਵਾਲ ਉਹੀ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਿਉਂ ਨਹੀਂ, ਕਿਉਂ ਹਿੰਸਾ ਹੋ ਰਹੀ ਹੈ? ਜ਼ਿੰਮੇਵਾਰ ਸੱਤਾਧਾਰੀ ਧਿਰ ਨੂੰ ਠਹਿਰਾਇਆ ਜਾ ਰਿਹਾ ਹੈ। ਦੇਖੋ, ਤੁਹਾਡੀ ਗੱਲ ਠੀਕ ਹੈ ਰਾਣਾ ਜੀ। ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਣਾ ਇੱਕ ਪੁਰਾਣੀ ਪ੍ਰੈਕਟਿਸ ਹੈ, ਔਰ ਮੈਂ ਸਮਝਦਾ ਵੀ ਕਿਸੇ ਹੱਦ ਤੱਕ ਜਾਇਜ਼ ਹੈ, ਕਿਉਂਕਿ ਸੱਤਾਧਾਰੀ ਧਿਰ ਜਿਹੜੀ ਹੁੰਦੀ ਹੈ ਉਹਦੇ ਕੋਲ ਲਾਅ ਐਂਡ ਆਰਡਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੁੰਦੀ ਹੈ। ਲੇਕਿਨ ਮੈਂ ਜਿਹੜੀ ਗੱਲ ਜਿੱਥੇ ਤੱਕ ਸੋਈ ਸਾਹਿਬ ਦੀ ਗੱਲ ਹੈ ਕਿ ਅਖੀਰਲੇ ਬੰਦੇ ਨੂੰ ਇਨਸਾਫ ਦਿਵਾਉਣ ਵਾਲੀਆਂ ਗੱਲਾਂ ਜਿਹੜੀਆਂ ਇਹ ਕਰਦੇ ਆ, ਤੇ ਅਖੀਰਲੇ ਕੀ ਇਸ ਦੇਸ਼ ਦਾ ਅੰਨਦਾਤਾ ਤਾਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠਾ, ਉਹਨੂੰ ਇਨਸਾਫ ਨਹੀਂ ਮਿਲਿਆ। 200 ਦੇ ਕਰੀਬ ਸ਼ਹੀਦੀ ਹੋ ਚੱਲੀ ਹੈ। ਲੱਖਾਂ ਲੋਕ ਜਿਹੜੇ ਆ ਉਹ ਆਪਦੇ ਕੰਮ ਛੱਡ ਕੇ ਔਰ ਇਹਨਾਂ ਦੇ ਮੂੰਹ ਵੱਲ ਤੱਕ ਰਹੇ ਆ ਕਿ ਸਾਨੂੰ ਕਿਸੇ ਤਰੀਕੇ ਕੋਈ ਇਨਸਾਫ ਮਿਲੇਗਾ। ਉਹ ਤਾਂ ਗੱਲਾਂ ਮੈਂ ਸਮਝਦਾ ਬੇਸਲੈਸ ਗੱਲਾਂ ਨੇ। ਲੋਕ ਇਸ ਗੱਲ ਨੂੰ ਸਮਝਦਿਆਂ ਹੋਇਆਂ ਅੱਜ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ। ਤੇ ਇਹ ਹੁਣ ਇਹ ਪੋਲੀਟੀਕਲ ਪ੍ਰਾਪੇਗੰਡਾ ਹੈ ਵੀ ਧੱਕਾ ਹੋ ਗਿਆ, ਫਲਾਨਾ ਹੋ ਗਿਆ। ਜੇ ਕੋਈ ਧੱਕਾ ਨਹੀਂ ਹੋ ਰਿਹਾ, ਸਾਫ਼ ਸੁਥਰੇ ਢੰਗ ਨਾਲ ਸਾਰਾ ਕੁਝ ਹੋ ਰਿਹਾ। ਜਿੱਦਾਂ ਇਹ ਗੱਲ ਕਰ ਰਹੇ ਕਿ ਅਸੀਂ ਤੇ ਗਵਰਨਰ ਸਾਹਿਬ ਨੂੰ ਕਿਹਾ ਸੀ ਪੈਰਾਮਿਲਟਰੀ ਤੇ ਲਾ ਦਿੰਦੇ, ਫਿਰ ਪੈਰਾਮਿਲਟਰੀ ਫੋਰਸਿਸ 'ਚ ਲੋੜ ਸੀ ਤਾਂ ਕਿਨੇ? ਕੋਈ ਪੰਜਾਬ ਸਰਕਾਰ ਰੋਕ ਸਕਦੀ ਹੈ? ਕੇਂਦਰ ਸਰਕਾਰ ਨੂੰ ਮੈਨੂੰ ਦੱਸੋ, ਪੰਜਾਬ ਸਰਕਾਰ ਰੋਕ ਸਕਦੀ ਹੈ? ਗਵਰਨਰ ਸਾਹਿਬ ਉੱਥੇ ਕਹਿੰਦੇ ਤੇ ਲੱਗਦਾ ਨਹੀਂ ਜਿਹੜੀ ਹਿੰਸਾ ਹੋ ਰਹੀ ਹੈ ਕੌਣ ਜ਼ਿੰਮੇਵਾਰ ਹੈ ਫਿਰ ਉਹਦੇ ਲਈ? ਹਿੰਸਾ ਤਾਂ ਹੋ ਰਹੀ ਹੈ ਨਾ, ਗੋਲੀਆਂ ਤੱਕ ਚੱਲ ਰਹੀਆਂ ਨੇ। ਅੱਜ ਪੱਟੀ ਦੇ ਵਿੱਚ ਗੋਲੀ ਚੱਲੀ ਹੈ, ਭਿੱਖੀਵਿੰਡ ਦੇ ਵਿੱਚ ਪਹਿਲਾਂ ਗੋਲੀਆਂ ਚੱਲੀਆਂ ਨੇ। ਸੁਖਬੀਰ ਬਾਦਲ ਜਲਾਲਾਬਾਦ ਗਏ ਨੇ, ਉੱਥੇ ਕਾਂਗਰਸ ਤੇ ਫਿਰ ਇਲਜ਼ਾਮ ਲੱਗੇ ਨੇ ਉਹਨਾਂ ਦੀ ਗੱਡੀ ਤੇ ਅਟੈਕ ਹੋਇਆ, ਸਾਰਾ ਕੁਝ ਸਾਹਮਣੇ ਆਇਆ। ਦੇਖੋ, ਗੱਲ ਇਹ ਹੈ, ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਨਾ, ਤੇ ਚਾਹੇ ਸ਼ਤਰੰਜ ਖੇਡ ਲਓ ਜਾਂ ਕੈਰਮ ਬੋਰਡ, ਲੂਡੋ, ਜਿਹੜੇ ਜਦੋਂ ਹਾਰਦੇ ਹੁੰਦੇ ਸੀ ਨਾ ਤੇ ਉਦੋਂ ਫਿਰ ਬਾਜੀ ਪਲਟਾ ਦਿੰਦੇ ਸੀ ਵੀ ਇਹ ਤਾਂ ਮੈਂ ਹਾਰਦਾ ਤੇ ਇਸ ਕਰਕੇ ਰੌਲਾ ਹੀ ਪਾ ਲਓ। ਸੋ ਇਹ ਚੀਜ਼ਾਂ, ਇਹ ਪ੍ਰੈਕਟਿਸ ਜਿਹੜੀ ਹੈ ਇਹ ਮੈਂ ਸਮਝਦਾ ਰਾਜਨੀਤੀ ਦੇ ਵਿੱਚ ਅੱਜ ਚੱਲ ਰਹੀ ਹੈ। ਜਦੋਂ ਦਿਖਦਾ ਪਿਆ ਵੀ ਸਾਡੇ ਤਾਂ ਪੱਲੇ ਪੈਂਦਾ ਕੁਝ ਨਹੀਂ ਪਿਆ, ਲੋਕ ਸਾਡੇ ਨਾਲ ਤੁਰਨ ਨਹੀਂ, ਸਾਨੂੰ ਕੋਈ ਮੂੰਹ ਨਹੀਂ ਲਾਉਣ ਨੂੰ ਤਿਆਰ, ਖਾਸ ਕਰਕੇ ਆ ਭਾਰਤੀ ਜਨਤਾ ਪਾਰਟੀ ਵਾਲੇ, ਤੇ ਉਹ ਹੁਣ ਮਾਹੌਲ ਖਰਾਬ ਕਰਕੇ ਤੇ ਇਹ ਵੀ ਗੁੰਡਾ ਆ ਗਿਆ, ਫਲਾਨਾ ਆ ਗਿਆ, ਇਹ ਸਭ ਡਰਾਮੇਬਾਜ਼ੀ। ਸਵਾਲ ਹੈ ਕਿ ਇਸ ਵੇਲੇ ਅਕਾਲੀ ਦਲ ਤੇ ਭਾਜਪਾ ਅੱਡ ਲੜ ਰਹੇ ਨੇ, ਤੇ ਇਹ ਕਿਹਾ ਮੰਨਿਆ ਜਾਂਦਾ ਆਮ ਕਰਕੇ ਕਿ ਭਾਜਪਾ ਦੀ ਵੋਟ ਹੈ ਸ਼ਹਿਰਾਂ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੀ ਸ਼ਹਿਰੀ ਵੋਟ ਹੈ ਉਹ ਭਾਜਪਾ ਵੱਲ ਕਿੰਨੀ ਕੁ ਜਾਣ ਦੀ ਉਮੀਦ ਹੈ? ਦੇਖੋ ਜੀ, ਗੱਲ ਇਹ ਆ, ਉਹ ਕਹਿੰਦਾ ਵੀ ਨਾਈਆ ਵਾਲ ਕਿੱਡੇ ਕਿੱਡੇ, ਉਹ ਕਹਿੰਦਾ ਜਜਮਾਨਾ ਸਾਹਮਣੇ ਹੀ ਆ ਡਿੱਗਣੇ ਆ। ਤੇ ਮੈਨੂੰ ਨਹੀਂ ਲੱਗਦਾ ਜੇ ਆਪਣੇ ਪਰਿਵਾਰ ਤੋਂ ਬਾਅਦ ਕੋਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਵੋਟ ਪਾ ਦੇਵੇ। ਜ਼ਮਾਨਤਾਂ ਜ਼ਬਤ ਹੋਣੀਆਂ, ਲਿਖ ਕੇ ਲੈ ਲਓ। ਅੱਜ ਮੈਂ ਕਹਿੰਦਾ ਕੋਈ ਇੱਕ ਅੱਧਾ ਵਿਰਲਾ ਜੇ ਜ਼ਮਾਨਤ ਬਚਾ ਦੇ, ਕਿਉਂਕਿ ਇਹਨਾਂ ਨੂੰ ਤਾਂ ਕੈਂਡੀਡੇਟ ਹੀ ਨਹੀਂ ਮਿਲੇ। ਇਹਨਾਂ ਦੀ ਤਾਂ ਲੋਕ ਆਪਣੇ ਹੀ ਜਿਹੜੇ ਜ਼ਿਲ੍ਹਾ ਪ੍ਰਧਾਨ ਦੀ ਘਰ ਵਾਲੀ ਇਲੈਕਸ਼ਨ ਲੜ ਰਹੀ ਹੈ ਤੇ ਉਹ ਸਿੰਬਲ ਤੇ ਲੜ ਨਹੀਂ ਰਹੀ।
ਫੋਟੋਆਂ ਨੇ ਆਪਣੇ ਘਰ ਵਾਲੇ ਦੀ ਬੜੀ ਟਿਕਾ ਕੇ ਪੋਸਟਰ ਤੇ ਲਾਈ ਹੈ, ਕਿੱਥੇ ਤੁਸੀਂ ਬੈਠੇ ਹੋਏ ਹੋ? ਇਹ ਸਾਡੇ ਨਾਲ ਹੀ ਨੇ ਡਾਕਟਰ ਕਮਲਜੀਤ ਸੋਈ ਸਾਹਿਬ, ਵਾਕਈ ਕੀ ਭਾਜਪਾ ਦਾ ਇਹੋ ਹਾਲ ਹੈਗਾ ਜਾਂ ਜਿਵੇਂ ਕਹਿ ਰਹੇ ਨੇ ਕਿ ਕੈਂਡੀਡੇਟ ਨਹੀਂ ਮਿਲੇ ਜਾਂ ਐਡੀ ਵੱਡੀ ਵਿਰੋਧਤਾ ਜਿਹੜੀ ਹੋ ਰਹੀ ਹੈ? ਤੁਸੀਂ ਜਿਹੜਾ ਇੱਕ ਇਹਨਾਂ ਨੂੰ ਸਵਾਲ ਪੁੱਛਿਆ ਸੀ ਹਰਪ੍ਰੀਤ ਹੁਣਾਂ ਨੂੰ, ਤੇ ਉਹਨਾਂ ਨੇ ਜਵਾਬ ਦਿੱਤਾ ਵੀ ਜਦੋਂ ਕੋਈ ਹਰਦਾ ਹੋਵੇ ਨਾ ਆਪੇ ਬਾਜੀ ਪਲਟਾ ਦਿੰਦਾ, ਤੇ ਇਹਦਾ ਮਤਲਬ ਹਰਦਾ ਕੌਣ ਪਿਆ? ਦੇਖੋ ਉਹ ਵੀ ਸਹੀ ਹੈ ਕਿ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਣਾ ਉਹ ਸਭ ਕੁਝ ਪਤਾ ਲੱਗ ਜਾਣਾ, ਲੇਕਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜਾ ਗੁੰਡਾ ਤੰਤਰ ਹੈ ਜਾਂ ਪ੍ਰਸ਼ਾਸਨ ਦਾ ਤੁਸੀਂ ਪੁਲਿਸ ਦਾ ਸਹਾਰਾ ਲੈ ਕੇ ਇਲੈਕਸ਼ਨ ਲੜਨੇ, ਉਹ ਕਿੱਥੋਂ ਤੱਕ ਜਾਇਜ਼ ਹੈਗਾ? ਦੇਖੋ ਸਰਕਾਰਾਂ ਨੂੰ ਚਾਹੀਦਾ ਵੀ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗੇ। ਹੁਣ ਜੇ ਤੁਸੀਂ ਤੁਹਾਡੇ ਕੋਈ ਐਮਐਲਏ ਜਾਂ ਕੋਈ ਤੁਹਾਡੇ ਲੋਕਲ ਲੀਡਰ ਜੇ ਕੋਈ ਗੁੰਡਾਗਰਦੀ ਕਰਦੇ ਨੇ ਜਾਂ ਕੋਈ ਆਤੰਕ ਫੈਲਾਉਂਦੇ ਨੇ ਜਾਂ ਅਰਾਜਕਤਾ ਕਰਦੇ ਨੇ, ਤਾਂ ਉਹਨਾਂ ਨੂੰ ਰੋਕਣਾ ਵੀ ਤੇ ਸਰਕਾਰ ਦਾ ਹੀ ਕੰਮ ਹੈ। ਹੁਣ ਜੇ ਤੁਸੀਂ ਕਹੋ ਕਿ ਜਿਹੜੀ ਸਰਕਾਰ ਦੀ ਤਾਕਤ ਦੇ ਨਾਲ ਜਾਂ ਬੀਜੇਪੀ ਲੜ ਲੇ ਜਾਂ ਅਕਾਲੀ ਦਲ ਲੜ ਲੇ ਜਾਂ ਆਪ ਪਾਰਟੀ ਲੜ ਲੇ, ਉਹ ਤੇ ਨਹੀਂ ਨਜ਼ਰ ਆਉਂਦਾ ਨਾ ਤੁਹਾਡੇ। ਮੈਂ ਚੈਨਲ ਤੇ ਕਿਸਾਨੀ ਕਾਰਨ ਤੁਹਾਡਾ ਵਿਰੋਧ ਬਹੁਤ ਹੈ ਭਾਜਪਾ ਦਾ, ਬਹੁਤ ਥਾਵਾਂ ਤੇ ਟਾਂਡੇ ਦੇ ਵਿੱਚ ਤਾਂ ਪਾਰਟੀ ਛੱਡ ਕੇ ਲੋਕ ਤੁਹਾਡੇ ਕੈਂਡੀਡੇਟ ਤੱਕ ਵਿਦਡਰਾਅ ਕਰ ਗਏ ਨੇ, ਬਹੁਤ ਥਾਵਾਂ ਤੇ ਇਸ ਤਰ੍ਹਾਂ ਦਾ ਵਿਰੋਧ ਹੋਇਆ। ਮੈਂ ਤੇ ਤੁਹਾਡੇ ਚੈਨਲ ਦੇ ਥਰੂ, ਕਿਉਂਕਿ ਅੱਜ ਵੋਟ ਅਪੀਲ ਵਾਲਾ ਟਾਈਮ ਤੇ ਨਹੀਂ ਹੈਗਾ, ਲੇਕਿਨ ਜੇ ਮੁੱਦਿਆਂ ਤੇ ਆਧਾਰ ਤੇ ਅਸੀਂ ਇਲੈਕਸ਼ਨ ਲੜਦੇ ਜਾਂ ਸਾਡੇ ਜਿੰਨੇ ਵੀ ਸਾਡੇ ਪੰਜਾਬ ਦੀ ਪਬਲਿਕ ਹੈਗੀ ਆ ਉਹ ਦੇਖਦੀ ਲੜਦੀ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬੀਜੇਪੀ ਤੋਂ ਇਲਾਵਾ ਕਿਸੇ ਹੋਰ ਨੂੰ ਵੋਟ ਪਾਉਂਦੀ। ਅਸੀਂ ਬਿਨਾਂ ਸਰਕਾਰ 'ਚ ਹੁੰਦਿਆਂ ਹੋਇਆਂ ਉਹ ਕੰਮ ਕਰਤੇ ਨੇ ਮੋਦੀ ਸਾਹਿਬ ਨੇ ਪੰਜਾਬ ਵਾਸਤੇ, ਜਿਹੜੇ ਕਿ ਪੰਜਾਬੀ ਸੋਚ ਵੀ ਨਹੀਂ ਸੀ ਸਕਦੇ। ਪਰ ਪੰਜਾਬ ਤਾਂ ਵਿਰੋਧ ਕਰ ਰਿਹਾ ਹੈ, ਟਿੱਕਰੀ, ਗਾਜ਼ੀਪੁਰ, ਸਿੰਘੂ ਤੁਸੀਂ ਜਾ ਕੇ ਆਏ ਹੋ, ਸਾਰੇ ਜਗ੍ਹਾ ਵਿਰੋਧ ਹੋ ਰਿਹਾ। ਪੰਜਾਬ ਭਰ ਦੇ ਵਿੱਚੋਂ ਇੱਕੋ ਹੀ ਗੱਲ ਹੈ ਕਿ ਕਿਸਾਨੀ ਜਿਹੜੇ ਖੇਤੀ ਕਾਨੂੰਨ ਹੈ, ਭਾਜਪਾ ਨੂੰ ਵੋਟ ਨਾ ਦਿਓ, ਵਿਰੋਧ ਹੋ ਰਿਹਾ ਹੈ। ਰਾਣਾ ਜੀ ਮੈਨੂੰ ਜਵਾਬ ਦੇ ਲੈਂਦੇ ਹੋ। 70 ਸਾਲਾਂ ਦੀ ਸਾਡੀ ਅਰਦਾਸ ਜਿਹੜੀ ਸੀਗੀ, ਸਿੱਖ ਪੰਥ ਅਰਦਾਸ ਕਰਦਾ ਸੀਗਾ ਖੁੱਲੇ ਦਰਸ਼ਨ ਦੀਦਾਰ ਹੋਣ ਸਾਨੂੰ ਗੁਰੂ ਧਾਮਾਂ ਦੇ, ਜਿਹੜੇ ਪਾਕਿਸਤਾਨ 'ਚ ਰਹੇ ਨੇ, ਉਹ ਸਾਡੇ ਖੁੱਲੇ ਦਰਸ਼ਨ ਦੀਦਾਰ ਦੀ ਸਾਨੂੰ ਮੋਦੀ ਸਾਹਿਬ ਨੇ ਸਾਡਾ ਲਾਂਘਾ ਖੋਲਤਾ। ਸਾਨੂੰ ਉਹਦੇ ਵਾਸਤੇ ਇਹ ਸੋਚਣਾ ਚਾਹੀਦਾ ਹੈ ਕਿ ਪਹਿਲਾਂ 70 ਸਾਲ ਤੇ ਖੁੱਲਿਆ ਨਹੀਂ, ਹੁਣ ਕਿਉਂ ਖੁੱਲਿਆ? ਮੈਂ ਇਹਨਾਂ ਨੂੰ ਬਲੇਮ ਨਹੀਂ ਕਰਦਾ ਕਾਂਗਰਸ ਸਰਕਾਰਾਂ ਨੂੰ, ਕਿਉਂਕਿ ਉਹਨਾਂ ਦੀ ਆਪਣੀ ਆਈਡੀਓਲੋਜੀ ਸੀਗੀ। ਲੰਗਰ ਦੇ ਉੱਪਰ GST ਹਟਾਤਾ। ਤੁਹਾਨੂੰ ਲੱਗਦਾ ਵੀ ਜੇ ਬੀਜੇਪੀ ਸਰਕਾਰ ਆਈ ਹੈ ਤਾਂ ਹੀ ਹੋਇਆ, ਜੇ ਕਾਂਗਰਸ ਸਰਕਾਰ ਉਸ ਵੇਲੇ ਹੁੰਦੀ ਤਾਂ ਨਾ ਹੁੰਦਾ? ਤੁਹਾਨੂੰ ਨਜ਼ਰ ਹੀ ਆਇਆ ਜੀ ਕਾਂਗਰਸ ਸਰਕਾਰ ਇੰਨੇ ਸਾਲ ਰਹੀ ਹੈ, ਮੈਜੋਰਟੀ ਦੇ ਸ਼ਾਸਨ ਇਹਨਾਂ ਦਾ ਹੀ ਰਿਹਾ। ਉਸ ਤੋਂ ਇਲਾਵਾ ਅਸੀਂ ਆ ਜੇ ਰਿਲੀਜੀਅਸ ਗੱਲਾਂ ਛੱਡ ਵੀ ਦਈਏ, ਲੰਗਰ ਦੇ GST ਜਾਂ ਫੈਕਰਾ ਤੇ ਅਸੀਂ ਫੋਰਨ ਜਿਹੜੀ ਹੈ ਫੰਡਿੰਗ ਆਉਂਦੀ ਸੀਗੀ, ਉਸ ਤੋਂ ਇਲਾਵਾ ਕਿੰਨਾ ਵਿਕਾਸ ਹੋਇਆ। ਏਮਸ ਦੇ ਉੱਥੇ ਏਮਸ ਬਣਾ ਦਿੱਤਾ ਗਿਆ ਬਠਿੰਡੇ, 3-4 IIMs ਖੋਲ ਦਿੱਤੇ ਗਏ, ਫਿਰੋਜ਼ਪੁਰ ਦੇ ਵਿੱਚ PGI ਦਾ ਸੈਟੇਲਾਈਟ ਸੈਂਟਰ ਖੋਲ ਦਿੱਤਾ ਗਿਆ। ਹੁਣ ਤਾਂ ਜਿੰਨੀਆਂ ਸੜਕਾਂ ਦਾ ਵਿਕਾਸ ਹੋ ਰਿਹਾ ਹੈ, ਅੱਜ ਲੁਧਿਆਣੇ ਸ਼ਹਿਰ 'ਚ ਅਸੀਂ ਬੈਠੇ ਹਾਂ, ਤੁਸੀਂ ਲੁਧਿਆਣੇ ਸ਼ਹਿਰ 'ਚ ਬੈਠੇ ਹਾਂ, ਨੈਸ਼ਨਲ ਹਾਈਵੇ ਨੇ ਲੁਧਿਆਣੇ ਸ਼ਹਿਰ ਨੂੰ ਇੱਕ ਸੁਗਾਤ ਜਿਹੜੀ ਦੇ ਰਹੇ ਆ ਸਾਹਮਣੇ, ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਸੜਕ ਤੁਹਾਡੇ ਸਾਹਮਣੇ। ਨੈਸ਼ਨਲ ਸਰਕਾਰਾਂ ਦੇ ਫਰਜ਼ ਹੁੰਦੇ ਨੇ ਡਿਵੈਲਪਮੈਂਟ ਕਰਾਉਣਾ, ਰਾਜ ਪ੍ਰਬੰਧ ਚਲਾਉਣਾ, ਸੱਤਾ ਤਾਂ ਹੀ ਸੌਂਪੀ ਜਾਂਦੀ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ। ਤੁਸੀਂ ਬੜਾ ਅੱਛਾ ਸਵਾਲ ਕਰਦੇ ਹੋ ਰਾਣਾ ਜੀ, ਯੂ ਆਰ ਵੈਰੀ ਇੰਟੈਲੀਜੈਂਟ ਜਰਨਲਿਸਟ ਯਾਰ। ਸਰਕਾਰਾਂ ਦਾ ਕੰਮ ਕੀ ਹੁੰਦਾ? ਡਿਵੈਲਪਮੈਂਟ ਕਰਾਉਣਾ। ਸਰਕਾਰਾਂ ਦਾ ਕੰਮ ਅਰਾਜਕਤਾ ਫੈਲਾਉਣਾ ਨਹੀਂ ਹੁੰਦਾ। ਜਿਹੜੀਆਂ ਸਰਕਾਰਾਂ ਡਿਵੈਲਪਮੈਂਟ ਦੇ ਇਸ਼ੂ ਦੇ ਉੱਪਰ ਸਰਕਾਰਾਂ ਬਣਾ ਕੇ ਆਉਂਦੀਆਂ ਨੇ, ਉਹਨਾਂ ਨੂੰ ਉਹ ਡਿਵੈਲਪਮੈਂਟ ਦੇ ਉੱਪਰ ਵੋਟਾਂ ਮੰਗਣੀਆਂ ਚਾਹੀਦੀਆਂ ਨੇ। ਅੱਜ ਬੜਾ ਚੰਗਾ ਲੱਗਦਾ ਜੇ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਕਰਕੇ ਕਿਸਾਨਾਂ ਕੋਲ ਜਾਂਦੀ ਕਿ ਅਸੀਂ 90,000 ਕਰੋੜ ਦਾ ਕਰਜ਼ਾ ਮਾਫ ਕਰਕੇ ਸਰਕਾਰ ਬਣਾਈ ਸੀ, ਅੱਜ 90,000 ਕਰੋੜ ਚੋਂ 70,000 ਮਾਫ ਹੋ ਗਿਆ, 45,000 ਮਾਫ ਹੋ ਗਿਆ, ਸਾਨੂੰ ਵੋਟਾਂ ਪਾਓ। ਅਸੀਂ ਸਰਕਾਰ ਬਣਾਈ ਸੀ ਨਸ਼ੇ ਦਾ ਖਾਤਮਾ ਕਰਨ ਲਈ, 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਖਾਤਮਾ ਹੋ ਗਿਆ, ਸਾਨੂੰ ਵੋਟਾਂ ਪਾਓ। ਅਸੀਂ ਜਿਹੜਾ ਕਰਜ਼ਾ ਕੁਰਕੀ ਖਤਮ, ਉਹ ਕਰਜ਼ਾ ਮਾਫ, ਉਹਦੀ ਸਾਨੂੰ ਵੋਟਾਂ ਪਾਓ। ਘਰ ਘਰ ਨੌਕਰੀ ਦੇਤੀ, ਸਾਨੂੰ ਵੋਟਾਂ ਪਾਓ। ਹਰ ਬੱਚੇ ਨੂੰ ਸਮਾਰਟਫੋਨ ਦੇਤਾ, ਸਾਨੂੰ ਵੋਟਾਂ ਪਾਓ। ਕੀਤਾ ਕਰਾਇਆ ਤੇ ਕੱਖ ਨਹੀਂ। ਹੁਣ ਜਦੋਂ ਕੀਤਾ ਕਰਾਇਆ ਕੱਖ ਨਹੀਂ ਤੇ ਵਰਜੀ ਪਲਟਦੀ ਜਿਹੜੀ ਹੁੰਦੀ ਹੈ। ਦੇਖੋ ਵਿਰੋਧ ਤਾਂ ਇਸ ਵੇਲੇ ਭਾਜਪਾ ਦਾ ਕਾਨੂੰਨਾਂ ਕਰਕੇ ਬਹੁਤ ਹੈ ਨਾ, ਸਾਰੀਆਂ ਚੀਜ਼ਾਂ ਉਸੇ ਨੂੰ ਬੈਨੀਫਿਟ ਹੋ ਗਿਆ ਕਾਂਗਰਸ ਨੂੰ ਇਸ ਗੱਲ ਦਾ। ਮੈਂ ਹਮੇਸ਼ਾ ਹੀ ਕਹਿੰਦਾ ਕਿ ਜੇ ਆ ਕਾਨੂੰਨ ਇੰਨੇ ਵਧੀਆ ਹੁੰਦੇ, ਕਿਸਾਨ ਭਰਾਵੋ ਮਾਫੀ ਮੰਗ ਕੇ ਤੁਹਾਡੇ ਚਰਨਾਂ ਦੇ ਵਿੱਚ ਫਿਰ ਮੈਂ ਤੁਹਾਨੂੰ ਆ ਬੇਨਤੀ ਕਰਨਾ ਚਾਹੁੰਦਾ, ਜੇ ਇੰਨਾ ਹੀ ਕਾਨੂੰਨ ਵਧੀਆ ਹੁੰਦੇ, ਤੁਸੀਂ ਕਹਿੰਦੇ ਹੋ ਕਿ 200 ਉੱਥੇ ਸ਼ਹੀਦੀਆਂ ਹੋ ਗਈਆਂ, ਪੰਜਾਬ 'ਚ ਪਿਛਲੇ 4 ਵਰੇ 'ਚ 3200 ਕਿਸਾਨ ਆਤਮ ਹੱਤਿਆ ਕਰ ਚੁੱਕੇ ਨੇ, 99% ਜ਼ਮੀਨਾਂ ਸਾਡੀਆਂ ਨੇ, ਉਹਨਾਂ ਤੇ ਲਾਲ ਲਕੀਰ ਵੱਜੀ ਹੋਈ ਹੈ, ਸਿਰਫ 4000 ਪ੍ਰਾਪਰਟੀ ਆ। ਇਹ ਮੈਂ ਤੁਹਾਨੂੰ ਦੱਸਣਾ 1 ਕਰੋੜ ਤੇ 2 ਲੱਖ ਏਕੜ ਜ਼ਮੀਨ ਆ ਪੰਜਾਬ 'ਚ, 99 ਲੱਖ ਏਕੜ ਤੇ ਪੰਜਾਬ ਦੇ ਵਿੱਚ ਲਾਲ ਲਕੀਰ ਵੱਜੀ ਹੋਈ ਹੈ, ਜ਼ਮੀਨਾਂ ਸਾਡੀਆਂ ਗਿਰਵੀ ਨੇ। ਸੋਈ ਸਾਹਿਬ ਫਿਰ ਹੋਰ ਪਾਸੇ ਗੱਲ ਚਲੇ ਜਾਂਦੀ ਆ, ਪਰ ਗੱਲ ਤਾਂ ਇਹ ਹੈ ਨਾ ਕਿ ਕਿਸਾਨ ਬਿਹਤਰੀ ਚਾਹੁੰਦੇ ਨੇ, ਤੇ ਬਿਹਤਰੀ ਤਾਂ 6 ਸਾਲ ਦੇ ਵਿੱਚ ਹੋਈ ਨਹੀਂ। ਫਿਰ ਤੁਹਾਡੀ ਵੀ ਸਰਕਾਰ ਸੈਂਟਰ ਦੇ ਵਿੱਚ ਹੈ, ਬਿਹਤਰੀ ਤਾਂ ਹੁਣ ਤੱਕ ਨਹੀਂ ਹੋਈ। ਫਿਰ ਜੇ 3200 ਕਿਸਾਨ ਖੁਦਕੁਸ਼ੀ ਕਰ ਗਿਆ ਤਾਂ ਤੁਹਾਡੀ ਸਰਕਾਰ ਵੀ ਜ਼ਿੰਮੇਵਾਰ ਹੈ ਨਾ। ਦੇਖੋ ਜੇ ਹੁਣ ਜੇ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਸਦਨ ਦੇ ਪੱਤਲ ਦੇ ਉੱਪਰ ਕਹਿੰਦੇ ਨੇ ਕਿ ਆ ਕਾਨੂੰਨਾਂ ਨੂੰ ਇੱਕ ਮੌਕਾ ਦਿਓ, ਉਹ ਕਹਿੰਦੇ ਨੇ ਅਸੀਂ ਹਰ ਇੱਕ ਕਾਨੂੰਨ ਦੀ ਹਰ ਧਾਰਾ, ਹਰ ਇੱਕ ਲਫ਼ਜ਼ ਡਿਸਕਸ ਕਰਨ ਨੂੰ ਤਿਆਰ ਹਾਂ, ਹਰ ਇੱਕ ਲਫ਼ਜ਼। ਬਾਰ-ਬਾਰ ਉਹਨਾਂ ਨੇ ਕਿਹਾ
ਦੂਜੇ ਪਾਸੇ ਆ ਵੀ ਕਿਹਾ ਕਿ 2 ਸਾਲ 18 ਮਹੀਨੇ ਤੋਂ ਲੈ ਕੇ 2 ਸਾਲ ਜਿੰਨਾ ਵੀ ਕਿਸਾਨ ਵੀਰ ਚਾਹੁੰਦੇ ਨੇ ਕਾਨੂੰਨ ਸਸਪੈਂਡ ਕਰ ਦਿੰਦੇ ਆ। ਤੁਹਾਨੂੰ ਤਸੱਲੀ ਹੋ ਜਾਏਗੀ ਕਾਨੂੰਨ ਲਾਗੂ ਕਰ ਦਿਆਂਗੇ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਫਿਰ ਮੈਂ ਪੋਲਿਟਿਕਸ ਵਾਲੀ ਗੱਲ ਕਰਾਂਗਾ ਤੇ ਫਿਰ ਵੱਡੀਆਂ ਗੱਲਾਂ ਹੋ ਜਾਂਦੀਆਂ। 2006 'ਚ ਕਾਂਗਰਸ ਸਰਕਾਰ ਕਾਨੂੰਨ ਲੈ ਕੇ ਆਈ ਸੀ। 2013 'ਚ ਜਦੋਂ ਕਾਨੂੰਨ ਆਇਆ, ਨਹੀਂ 2013 'ਚ ਅਗਰ ਕਾਨੂੰਨ ਆਏ ਨਾ ਤੇ ਇਹਨਾਂ ਕੋਲ 4.5 ਸਾਲ ਸੀਗੇ, ਇਹਨਾਂ ਨੇ ਕਿਉਂ ਨਹੀਂ ਰੱਦ ਕਰਤਾ ਉਦੋਂ? ਤਾਂ ਜਿਹੜੀ ਮਿਊਨਿਸਪਲ ਇਲੈਕਸ਼ਨ ਦੀ ਵੀ ਗੱਲ ਹੋ ਰਹੀ ਆ, ਨਾਲ ਖੇਤੀ ਕਾਨੂੰਨਾਂ ਦੀ ਵੀ ਗੱਲ ਹੋ ਰਹੀ ਹੈ। ਕੁਮਰ ਹਰਪ੍ਰੀਤ ਜੀ, ਡਾਕਟਰ ਮਨਮੋਹਨ ਸਿੰਘ ਵੱਲ ਦੇਖ ਕੇ ਇਸ਼ਾਰਾ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਤਾਂ ਉਹਨਾਂ ਦੀਆਂ ਪਾਲਿਸੀਜ਼ ਹੀ ਲਾਗੂ ਕਰ ਰਹੇ ਹਾਂ, ਜੋ ਕੁਝ ਉਹ ਕਰਨਾ ਚਾਹੁੰਦੇ ਸੀਗੇ ਉਹੀ ਕੁਝ ਅਸੀਂ ਕੀਤਾ ਹੈ। ਤੇ ਫਿਰ ਪ੍ਰਧਾਨ ਮੰਤਰੀ ਬਣਨ ਦੀ ਲੋੜ ਕੀ ਸੀ ਉਹਨਾਂ ਨੂੰ? ਫਿਰ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਰਹਿਣ ਦਿੰਦੇ। ਉਹਨਾਂ ਦੀ ਪਾਲਿਸੀਜ਼ ਵਧੀਆ ਸੀਗੀਆਂ ਤੇ ਉਦੋਂ ਕਿਉਂ ਕਾਂਗਰਸ ਕਹਿੰਦੇ ਵਿਰੋਧ ਕਰ ਰਹੀ ਆ, ਅੱਜ ਤਾਂ ਉਦੋਂ ਹੋਈ ਸੀ। ਜਵਾਬ ਦੇ ਦਿਓ ਨਾ ਮੈਨੂੰ, ਤੁਸੀਂ ਇਹਨਾਂ ਤੋਂ ਜਵਾਬ ਲੈ ਦਿਓ ਵੀ ਉਦੋਂ ਕਿ ਮੱਥੇ ਤੇ ਹੱਥ ਮਾਰ ਕੇ ਰੋਂਦੇ ਸੀ। ਡਾਕਟਰ ਮਨਮੋਹਨ ਸਿੰਘ ਦੀਆਂ ਪਾਲਿਸੀਜ਼ ਵਧੀਆ ਸੀ ਨਾ, ਇਹਦਾ ਮਤਲਬ। ਤੇ ਹੁਣ ਜਿਹੜੇ ਕਹਿੰਦੇ ਲਾਗੂ ਕਰ ਰਹੇ ਆ, ਤੇ ਜੇ ਦੇਖੋ ਮੇਰੀ ਗੱਲ ਨੂੰ ਸਮਝੋ, ਇੱਕ ਪੜ੍ਹਿਆ ਲਿਖਿਆ ਬੰਦਾ ਜਦੋਂ ਕੋਈ ਕਿਤਾਬ ਪੜ੍ਹਦਾ ਤਾਂ ਉਹ ਸਾਰੀ ਕਿਤਾਬ ਪੜ੍ਹਦਾ, ਇੱਕ ਅਨਪੜ੍ਹ ਬੰਦਾ ਸਿਰਫ ਫੋਟੋਆਂ ਵੇਖਦਾ। ਸਮਝ ਆਈ ਕਿ ਨਹੀਂ? ਤੇ ਹੁਣ ਤੁਸੀਂ ਸਮਝ ਸਕਦੇ ਹੋ ਗੱਲ ਨੂੰ ਵੀ ਇੱਕ ਅਨਪੜ੍ਹ ਬੰਦੇ ਬਾਂਦਰ ਦੇ ਹੱਥ ਬੰਦੂਕ ਦੇਣ ਵਾਲੀ ਗੱਲ ਹੈ। ਅਨਪੜ੍ਹ ਬੰਦੇ ਨੂੰ ਤੁਸੀਂ ਜਦੋਂ ਕਿਤਾਬ ਫੜਾਤੀ, ਉਹਨੂੰ ਪੜ੍ਹਨਾ ਤੇ ਆਉਂਦਾ ਨਹੀਂ, ਉਹ ਫੋਟੋਆਂ ਵੇਖ ਕੇ ਉਸ ਅੰਦਾਜ਼ਾ ਲਾਉਂਦਾ ਵੀ ਇਹਦੇ ਚਾਹ ਮਤਲਬ ਸੂਟ ਕਰ ਗਿਆ ਕਾਂਗਰਸ ਨੂੰ ਕਿ ਜਿਹੜਾ ਵਿਰੋਧ ਪ੍ਰਦਰਸ਼ਨ ਕਿਸਾਨੀ ਵਾਲਾ ਹੋ ਰਿਹਾ, ਆਪਣੀਆਂ ਗੱਲਾਂ ਜਿਹੜੀਆਂ ਤੁਸੀਂ ਵਾਅਦੇ ਕੀਤੇ ਸੀਗੇ ਉਹਦੇ ਵੱਲ ਕਿਸੇ ਦਾ ਖਿਆਲ ਨਹੀਂ ਜਾ ਰਿਹਾ ਇਸ ਵੇਲੇ। ਮੈਨੂੰ ਤੁਸੀਂ ਇੱਕ ਗੱਲ ਦਾ ਤੁਸੀਂ ਜਵਾਬ ਦੇ ਦਿਓ, ਕਾਂਗਰਸ ਨੂੰ ਕਿੱਥੋਂ ਸੂਟ ਕਰ ਗਿਆ? ਕਾਂਗਰਸ ਦਾ ਜਿਹੜਾ ਸਾਡਾ ਅੱਜ ਪੰਜਾਬ ਦਾ ਜਿਹੜਾ ਸਾਡਾ ਢਾਂਚਾ ਠੱਪ ਹੋਇਆ ਪਿਆ, ਸਾਡੀ ਜਿਹੜੀ ਆਮਦਨ ਜਿਹੜੀ ਹੈ ਉਹ ਲੰਬੇ ਸਮੇਂ ਤੋਂ ਰੁਕੀ ਪਈ ਆ। ਇਹਨਾਂ ਨੂੰ ਕੋਈ GST ਦਾ ਰਿਫੰਡ ਤਾਂ ਦਵਾ ਦੇਣ। ਤੁਹਾਡੇ ਜਿਹੜੇ ਭਾਜਪਾ ਦੇ ਆਗੂ ਕਹਿ ਕੇ ਹਟੇ ਨੇ ਕਿ ਸਪੋਕਸਪਰਸਨ ਕਹਿ ਕੇ ਹਟੇ ਨੇ ਕਿ ਕਰਜ਼ਾ ਤੁਸੀਂ ਨਹੀਂ ਮਾਫ ਕੀਤਾ, ਪੈਨਸ਼ਨ ਤੁਸੀਂ ਨਹੀਂ ਵਧਾਈ ਹੈਗੀ, ਹੋਰ ਜਿਹੜੀਆਂ ਜਿੰਨੇ ਵੀ ਬੇਰੁਜ਼ਗਾਰੀ ਭੱਤਾ ਤੁਸੀਂ ਨਹੀਂ ਦਿੱਤਾ ਹੈਗਾ, ਤੇ ਜਿਹੜੇ ਸਮਾਰਟਫੋਨ ਦੇਣੇ ਸੀ ਤੁਸੀਂ ਨਹੀਂ ਦਿੱਤੇ ਹੈਗੇ। ਸਾਰਾ ਕੁਝ ਆ ਜਾਊਗਾ। ਜਿਹੜਾ ਸੈਂਟਰ ਤੋਂ ਪੈਸਾ ਵਿਦ ਕਮਿਸ਼ਨ ਦਾ ਪੈਸਾ ਇਹ ਰੋਕੀ ਬੈਠੇ ਆ, GST ਦਾ ਰਿਫੰਡ ਇਹ ਰੋਕੀ ਬੈਠੇ ਆ, ਉਹ ਆ ਜਾਵੇ ਤੇ ਸਾਰਾ ਕੁਝ ਹੀ ਹੋਣਾ। ਕੰਮ ਪੈਸੇ ਨਾਲ ਹੀ ਹੋਣਾ, ਕੰਮ ਫ੍ਰੀ ਥੋੜਾ ਹੋਣਾ। ਤੇ ਤੁਸੀਂ ਇਹਨਾਂ ਨੂੰ ਉਹ ਕਿਹਨੂੰ ਸਵਾਲ ਪੁੱਛਦੇ ਵੀ ਉਹ ਕਿਉਂ ਨਹੀਂ ਦਵਾਉਂਦੇ ਜੇ ਇੰਨਾ ਇਹਨਾਂ ਦਾ ਚੱਲਦਾ? ਬਾਕੀ ਜਿੱਥੋਂ ਤੱਕ ਆ ਰਹੇ ਨੇ ਕਹਿੰਦੇ ਸੀ GST ਮਾਫ ਕਰਤਾ, ਅਸੀਂ ਕੋਰੀਡੋਰ ਖਿਲਾਤਾ, ਰਿਲੀਜੀਅਸ ਪਲੇਸਿਸ ਨੂੰ ਮਾਫ ਕੀਤਾ, ਇਹ ਕੋਰੀਡੋਰ ਖਿਲਾਤਾ। ਰਿਲੀਜੀਅਸ ਗੱਲਾਂ ਤੋਂ ਬਿਨਾ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ। ਜਦੋਂ ਗੱਲ ਕਰਦੇ ਆ, ਕਦੇ ਕਰਦੇ ਆ ਰਾਮ ਮੰਦਿਰ, ਕਦੇ ਕਹਿੰਦੇ ਆ ਜੀ ਗੋਲਡਨ ਟਾਈਮ ਉਹਦੇ ਕਰਤਾਰਪੁਰ ਦਾ ਲਾਂਘਾ ਖੁਲਵਾਤਾ। ਮੈਂ ਕਹਿੰਦਾ ਲੋਕਾਂ ਦੀ ਪਲੇਟ 'ਚ ਰੋਟੀ ਨਹੀਂ, ਮੈਂ ਕਹਿੰਦਾ ਜਿਨ੍ਹਾਂ ਦੀ ਰੋਟੀ ਆ ਉਹਨਾਂ ਦੀ ਤੁਸੀਂ ਖੋਣ ਲੱਗੇ ਹੋ। ਤੁਸੀਂ ਗੱਲ ਹੋਰ ਕਰਦੇ ਹੋ, ਕਦੇ ਕੁਛ। ਮੈਨੂੰ ਮੁੱਦੇ ਦੀ ਗੱਲ ਤੇ ਆਓ ਵੀ GST ਦੇ ਬਾਰੇ ਤੁਸੀਂ ਦੱਸੋ, ਇਹਨਾਂ ਨੂੰ ਜਵਾਬ ਲੈ ਕੇ ਦਿਓ ਵੀ ਉਹ ਕਦੋਂ ਮਿਲੂਗਾ। ਠੀਕ ਹੈ। ਦੂਸਰੀ ਗੱਲ, ਵਿੱਤ ਕਮਿਸ਼ਨ ਦਾ ਪੈਸਾ ਕਦੋਂ ਆਊਗਾ। ਤੀਸਰੀ ਗੱਲ ਵੀ ਜੇ ਇਹ ਕਹਿੰਦੇ ਆ ਵੀ ਪਾਲਿਸੀਜ਼ ਡਾਕਟਰ ਮਨਮੋਹਨ ਸਿੰਘ ਦੀਆਂ ਸੀਗੀਆਂ, ਅਸੀਂ ਉਹ ਲਾਗੂ ਕੀਤੀਆਂ, ਫਿਰ ਡਾਕਟਰ ਮਨਮੋਹਨ ਸਿੰਘ ਨੂੰ ਲਾਗੂ ਕਰਨ ਦਿੰਦੇ ਨਾ। ਉਹ ਆਪਣੇ ਤਰੀਕੇ ਨਾਲ ਆਪਣੀਆਂ ਪਾਲਿਸੀਜ਼ ਵਧੀਆ ਢੰਗ ਨਾਲ ਲਾਗੂ ਕਰਦਾ। ਮੇਰੀ ਗੱਲ ਕੋਈ ਹੋਰ ਕਹੂਗਾ ਉਹ ਉਹਨੇ ਵਧੀਆ ਢੰਗ। ਅੱਜ ਤੁਸੀਂ ਕਾਂਗਰਸ ਜਿਹੜੀ ਲੋਕਾਂ ਤੱਕ ਜਾ ਰਹੀ ਹੈ, ਉਹ ਆਪਣੇ ਕਿਹੜੀਆਂ ਪ੍ਰਾਪਤੀਆਂ ਗਣਵਾ ਕੇ ਗਈ ਹੈ? ਸਿਰਫ ਭਾਜਪਾ ਦੇ ਵਿਰੋਧ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ। ਭਾਜਪਾ ਅੱਜ ਤੱਕ ਕਾਂਗਰਸ ਦਾ ਨਹਿਰੂ ਤੋਂ ਲੈ ਕੇ ਤੇ ਰਾਜੀਵ ਗਾਂਧੀ ਤੱਕ ਕਾਂਗਰਸ ਦਾ ਵਿਰੋਧ ਕਰਕੇ ਤੇ ਪ੍ਰੋਪੇਗੰਡਾ ਕਰਕੇ ਪਾਵਰ 'ਚ ਆਈ ਹੈ। ਇਸ ਗੱਲ ਨੂੰ ਤੁਸੀਂ ਵੀ ਜਾਣਦੇ ਹੋ, ਕੰਧ ਤੇ ਲਿਖਿਆ ਪੜ੍ਹ ਲਓ, ਸਾਰੀ ਦੁਨੀਆ ਨੂੰ ਪਤਾ। ਗੱਲ ਇਹ ਹੈ ਵੀ ਇਹ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਹੈ ਨਾ, ਉਹ ਹੁਣ ਲੋਕਾਂ ਦੇ ਸਾਹਮਣੇ ਆ ਗਈਆਂ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਇਸ ਦੇਸ਼ ਦੀ ਅਗਵਾਈ ਕੀਤੀ ਹੈ। ਪੰਜਾਬ ਤੋਂ ਜਿਹੜਾ ਵਿਰੋਧ ਸ਼ੁਰੂ ਹੋਇਆ, ਇਹ ਤੁਸੀਂ ਵੀ ਸਮਝ ਸਕਦੇ ਹੋ, ਹਰਿਆਣਾ ਤੋਂ ਚੱਲ ਕੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਦੇਸ਼ ਦੇ ਸਾਰੇ ਬਾਕੀ ਹਿੱਸਿਆਂ ਦੇ ਵਿੱਚ ਫੈਲਿਆ। ਅੱਜ ਲੋਕਾਂ ਨੂੰ ਜਾਗਰੂਕਤਾ ਆ ਗਈ ਹੈ। ਜਿਹੜਾ ਇਹ ਸ਼ੁਰੂਆਤ ਪੰਜਾਬ ਤੋਂ ਹੋਈ ਹੈ, ਮੈਂ ਸਮਝਦਾ ਕਿ ਬਹੁਤ ਵਧੀਆ ਇਹ ਇੱਕ ਸਿਮਟਮ ਹੈ ਜਿਹੜਾ ਇਸ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਤੋਂ ਮੁਕਤ ਕਰਾਉਣ ਦੀ ਜਿਹੜੀ ਮੁਹਿੰਮ ਚੱਲੀ ਹੈ, ਇਹਦਾ ਤੁਸੀਂ ਨਤੀਜਾ 2024 ਦੇ ਵਿੱਚ ਵੇਖੋਗੇ। ਇਹਨਾਂ ਨੂੰ ਤਾਂ ਕਿਸੇ ਨੇ, ਮੈਂ ਕਹਿੰਦਾ ਵੀ ਦਿਲ ਹੀ ਨਹੀਂ ਟੱਪਣ ਦਿਆ ਕਰਨਾ। ਜਿਵੇਂ ਭਾਜਪਾ ਨਾਰਾ ਲਾਉਂਦੀ ਸੀ ਕਾਂਗਰਸ ਮੁਕਤ ਭਾਰਤ, ਕੀ ਕਾਂਗਰਸ ਵੀ ਲਾਵੇਗੀ ਹੁਣ ਭਾਜਪਾ ਮੁਕਤ ਭਾਰਤ? ਨਹੀਂ, ਨਾਰੇ ਨੂਰੇ ਲਾਉਣ ਦੀ ਕੋਈ ਲੋੜ ਨਹੀਂ ਸਾਨੂੰ। ਅਸੀਂ ਕੰਮ ਕਰਕੇ ਵਿਖਾਇਆ, ਕੰਮ ਕਰਕੇ ਵਿਖਾਉਣਾ। ਇਹ 2-4 ਗੱਲਾਂ ਕਰਕੇ ਏਮਜ਼ ਬਣਾਤਾ ਜੀ, ਉਹਨਾਂ ਸਾਰਾ ਮੁਲਕ ਭਰ ਇਹ ਦੇਸ਼ ਬਣਾਇਆ ਕਾਂਗਰਸ ਨੇ, ਉਹ ਯਾਦ ਨਹੀਂ। ਤੇ ਅਸੀਂ ਏਮਜ਼ ਬਣਾਤਾ ਜੀ, ਅਸੀਂ ਪਲਾਨ ਬਣਾਤਾ ਜੀ, ਅਸੀਂ ਇਹਨਾਂ ਗੱਲਾਂ 'ਚ ਕੀ ਪਿਆ? ਤੁਸੀਂ ਦੇਖੋ ਜਿਨ੍ਹਾਂ ਨੇ ਐਡਾ ਮਤਲਬ ਇੰਸਟੀਟਿਊਸ਼ਨ ਬਣਾਤੇ, ਇਹਨਾਂ ਨੇ ਜਿਹੜਾ ਕਾਂਗਰਸ ਪਾਰਟੀ ਨੇ ਇਸ ਦੇਸ਼ ਦੇ ਵਿੱਚ ਇੰਨੀ ਇੰਡਸਟਰੀ ਲਾਈ, ਇਹਨਾਂ ਨੇ ਤਾਂ ਸਾਰਾ ਕੁਝ ਵੇਚਿਆ। ਕਾਂਗਰਸ ਨੇ ਜੋ ਕਮਾ ਕੇ ਬਾਪੂ ਦੀ ਕਮਾਈ ਪੁੱਤਾਂ ਨੇ ਵਿਖਾਈ, ਉਹ ਕੰਮ ਕੀਤਾ, ਸਾਰਾ ਤਾਂ ਮੁਲਕ ਵੇਚਤਾ। ਇਹ ਵੱਡਾ ਸਵਾਲ ਹੈ ਕਿ ਇਲਜ਼ਾਮ ਬਹੁਤ ਵੱਡੇ ਨੇ। ਇਲਜ਼ਾਮ ਵੀ ਕੀ ਹੈ? ਇਹ ਤਾਂ ਔਨ ਰਿਕਾਰਡ ਗੱਲਾਂ ਨੇ ਕਿ ਬਹੁਤ ਚੀਜ਼ਾਂ ਜਿਹੜੀਆਂ ਹੁਣ ਉਹ ਠੇਕੇ ਤੇ ਦੇ ਦਿੱਤੀਆਂ ਗਈਆਂ ਨੇ। ਈਵਨ ਕਿ ਲਾਲ ਕਿਲਾ ਕਹਿੰਦੇ 2018 ਦੇ ਵਿੱਚ ਡਾਲਮੀਆ ਗਰੁੱਪ ਨੂੰ ਦੇ ਦਿੱਤਾ ਗਿਆ ਸੀਗਾ। ਹੋਰ ਵੀ ਪਤਾ ਨਹੀਂ ਕਿੰਨੇ 에ਅਰਪੋਰਟ ਜਿਹੜੇ ਉਹ ਦੇ ਦਿੱਤੇ ਗਏ ਨੇ ਕਾਰਪੋਰੇਟ ਘਰਾਣਿਆਂ ਨੂੰ, ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਜ਼ਿਆਦਾ ਪੂਰਦੀ ਹੈ, ਨਾ ਕਿ ਲੋਕਾਂ ਦਾ। ਦੇਖੋ, ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਉਹਨੂੰ ਪਤਾ ਹੁੰਦਾ ਕਿ ਦੇਸ਼ ਕਿਵੇਂ ਚਲਾਉਣਾ, ਗਵਰਨੈਂਸ ਕਿਵੇਂ ਕਰਨੀ ਹੈ। ਜੇ ਪ੍ਰਾਈਵੇਟ ਲੋਕੀ ਜ਼ਿਆਦਾ ਵਧੀਆ ਕੰਮ ਕਰ ਸਕਦੇ ਨੇ ਤੇ ਪ੍ਰਾਈਵੇਟ ਲੋਕੀ ਵੀ ਤੇ ਆਪਣਾ ਹੀ ਨੇ, ਉਹ ਵੀ ਤੇ ਏਮਪਲੋਇਮੈਂਟ ਜਨਰੇਟ ਕਰਦੇ ਨੇ। ਅੱਜ ਜੇ ਤੁਹਾਨੂੰ
ਮਿਲ ਰਿਹਾ ਹੈਗਾ। ਜੇ ਤੁਸੀਂ ਹੁਣ ਮੈਨੂੰ ਲੱਗਦਾ ਹੈ ਤੁਸੀਂ ਵੀ ਜੀਓ ਤੇ, ਮੈਂ ਨਹੀਂ ਅੰਬਾਨੀ ਦੀ ਸਪੋਰਟ ਕਰਦਾ ਜਾਂ ਕਿਸੇ ਹੋਰ ਕਾਰਪੋਰੇਟ ਦੀ ਸਪੋਰਟ ਕਰਦਾ, ਲੇਕਿਨ 100 ਰੁਪਏ ਦੇ ਵਿੱਚ ਸਾਨੂੰ ਇੰਟਰਨੈਟ ਮਿਲੀ ਜਾਂਦਾ। ਦੂਜੇ ਪਾਸੇ ਸਪੋਰਟ ਕਿਉਂ ਨਹੀਂ ਕਰਦੇ? ਪ੍ਰਧਾਨ ਮੰਤਰੀ ਸਾਹਿਬ ਆਪਣੀ ਫੋਟੋ ਅਖਬਾਰਾਂ ਦੇ ਵਿੱਚ ਲਾ ਕੇ ਜੀਓ ਦੀ ਐਡ ਕਰਦੇ ਨੇ, ਤੁਸੀਂ ਕਹਿੰਦੇ ਸਪੋਰਟ ਨਹੀਂ। ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਕਈ ਗੱਲਾਂ ਜਿਹੜੀਆਂ ਹੁਣ ਰਾਣਾ ਜੀ, ਸਾਨੂੰ ਇੱਕ ਵਾਈਡਰ ਪਰਸਪੈਕਟਿਵ ਦੇਖਣਾ ਚਾਹੀਦਾ ਹੈ। ਇੱਕ ਕਾਂਗਰਸ ਜਦੋਂ ਹੁੰਦੀ ਸੀ ਸਿਰਫ ਕੀ ਚੱਲਦਾ ਸੀਗਾ? ਕਰਪਸ਼ਨ ਕਰਪਸ਼ਨ ਕਰਪਸ਼ਨ। ਅੱਜ 6 ਸਾਲਾਂ 'ਚ 6.5 ਸਾਲਾਂ 'ਚ ਤੁਸੀਂ 7 ਸਾਲਾਂ 'ਚ ਇੱਕ ਇਲਜ਼ਾਮ ਦੱਸ ਦਿਓ ਕੋਈ ਕਰਪਸ਼ਨ ਦਾ ਲੱਗਿਆ ਹੋਵੇ, ਤੁਸੀਂ ਕੋਈ ਘੁਟਾਲਾ ਨਜ਼ਰ ਆਇਆ ਹੋਵੇ। ਕੋਲ ਘੁਟਾਲਾ, ਕਾਮਨਵੈਲਥ ਘੁਟਾਲਾ, ਸੜਕ ਘੁਟਾਲਾ, ਕੋਈ ਇਦਾਂ ਦਾ ਕੰਮ ਹੁੰਦਾ ਨਹੀਂ ਸੀ ਜਿੱਥੇ ਘੁਟਾਲੇ ਨਹੀਂ ਸੀ। 3G ਘੁਟਾਲਾ, 4G ਘੁਟਾਲਾ। ਅੱਜ ਜਦੋਂ ਘੁਟਾਲੇ ਖਤਮ ਹੋਏ ਤਾਂ ਲੋਕਾਂ ਨੂੰ ਸਾਹ ਮਿਲਣਾ ਸ਼ੁਰੂ ਹੋਇਆ। ਅੱਜ ਭਾਜਪਾ ਮੁਕਤ ਹੋ ਜਾਣੇ 2024 ਚ। ਚਲੋ ਦਿਲ ਬਹਿਲਾਣੇ ਕੇ ਲਈ ਗੱਲ ਵੀ ਇਹ ਖਿਆਲ ਅੱਛਾ, ਇਹਨਾਂ ਨੂੰ ਖਿਆਲ ਰੱਖਦੇ ਸਾਡੇ ਭਰਾ ਨੇ ਆ। ਲੇਕਿਨ ਕੁਐਸਚਨ ਹੁੰਦਾ ਹੈ ਕਿ ਕੰਮਾਂ ਦੇ ਸਿਰ ਤੇ ਵੋਟ ਮਿਲਦੀ ਹੈ। ਅੱਜ ਜੇ ਕੰਮਾਂ ਦੇ, ਜੇ ਤੁਸੀਂ ਕਿਸੇ ਨੂੰ ਵਰਗਲਾ ਕੇ ਪਟਕਾ ਕੇ, ਝੂਠ ਜਿਹੜਾ ਹੁੰਦਾ ਨਾ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ। ਝੂਠ ਦੀ ਪਰਤਾਂ ਤਾਂ ਖੁੱਲ੍ਹਦੀਆਂ ਨੇ, ਅੱਜ ਨਹੀਂ ਖੁੱਲਣਗੀਆਂ ਕੱਲ੍ਹ ਨੂੰ ਖੁੱਲਣਗੀਆਂ। ਹੁਣ ਕਿਉਂਕਿ ਮੈਂ ਤੁਹਾਨੂੰ ਕਿਹਾ ਸੀਗਾ ਜਦੋਂ ਮੈਂ ਸ਼ੁਰੂਆਤ ਮੁੱਦਿਆਂ ਤੇ ਗੱਲ ਕਰਨੀ ਹੈ। ਮੁੱਦਿਆਂ ਤੇ ਗੱਲ ਹੈਗੀ ਹੈ ਕਿ ਨਾ ਹਿੰਦੁਸਤਾਨ ਕਰਪਸ਼ਨ ਫ੍ਰੀ ਹੋ ਗਿਆ, ਹਿੰਦੁਸਤਾਨ ਕਰੋਨੀ ਕੈਪੀਟਲਿਜ਼ਮ ਫ੍ਰੀ ਹੋ ਗਿਆ, ਹਿੰਦੁਸਤਾਨ ਕਾਂਗਰਸ ਫ੍ਰੀ ਹੋ ਗਿਆ। ਕਿਉਂਕਿ ਦੇਖੋ ਕਾਂਗਰਸ, ਮੈਂ ਫਿਰ ਵੀ ਕਹਿੰਦਾ ਕਿ ਇੱਕ ਹੈਲਦੀ ਜਿਹੜੀ ਅਪੋਜੀਸ਼ਨ ਹੈ ਨਾ, ਉਹ ਜ਼ਰੂਰ ਐਗਜ਼ਿਸਟ ਕਰਨੀ ਚਾਹੀਦੀ ਹੈ। ਜਦੋਂ ਹੈਲਦੀ ਅਪੋਜੀਸ਼ਨ ਹੋਏਗੀ ਤੇ ਸਰਕਾਰ ਆਪਣੇ ਪੱਬਾਂ ਭਾਰ ਹੁੰਦੀ ਹੈ ਕੰਮ ਵਿਖਾਉਣ ਵਾਸਤੇ। ਅੱਜ ਕੰਮਾਂ ਦੀ ਮੈਂ ਲਿਸਟ ਗਿਣਾਉਣ ਤੇ ਆਵਾਂ ਨਾ ਤੇ ਇਹਨਾਂ ਨੂੰ ਪਤਾ ਹੋਣਾ ਵੀ ਕਿੰਨੇ ਕਿਉਂ ਭਾਜਪਾ ਦਾ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਵਿਰੋਧ ਕਿਉਂ? ਤੁਹਾਡੇ ਨੇਤਾ ਅਸ਼ਵਨੀ ਸ਼ਰਮਾ ਜਾਂਦੇ ਨੇ, ਸੋਮ ਪ੍ਰਕਾਸ਼ ਜਾਂਦੇ ਨੇ, ਸਾਂਪਲਾ ਸਾਹਿਬ ਜਾਂਦੇ ਨੇ, ਈਵਨ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋਇਆ। ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਕਿ ਤੁਸੀਂ ਹੁਣ ਮੈਂ ਨਾਂ ਕਿਸੇ ਦਾ ਲੈਣਾ ਨਹੀਂ। ਇੱਕ ਕਾਂਗਰਸ ਦੇ ਵੱਡੇ ਲੀਡਰ MP ਆਪਣੇ ਮੂੰਹ ਚੋਂ ਕਹਿੰਦੇ ਨੇ ਕਿ ਜੇ ਉੱਥੇ ਹਮਲਾ ਕਰਵਾਇਆ ਤੇ ਮੈਂ ਕਰਵਾਇਆ। ਮੈਂ ਦੇਖੋ ਜੇ ਉਹਨਾਂ ਨੇ ਨਹੀਂ ਵੀ ਕਰਵਾਇਆ ਤਾਂ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ। ਜੇ ਕਹਿੰਦੇ ਨੇ ਤੇ ਉਹਨਾਂ ਵੱਲ ਵੇਖ ਕੇ ਕੋਈ ਕਾਂਗਰਸੀ ਵਰਕਰ ਜੇ ਕੋਈ ਇਦਾਂ ਦੀ ਹਰਕਤਾਂ ਕਰਦੇ ਨੇ, ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਹੋਣਾ ਵੀ ਕਿਹਾ ਕਿ ਆ ਕਾਂਗਰਸ ਦਾ ਸਪਾਂਸਰਡ ਮੇਰੇ ਉੱਪਰ ਅਟੈਕ ਸੀਗਾ, ਜੇ ਉਹ ਕਰਦੇ ਨੇ ਤੇ ਇਹਦਾ ਮਤਲਬ ਹੈ ਕਿ ਹੂ ਇਜ਼ ਆਫਟਰ ਦਿਸ। ਬੰਦੇ ਨੂੰ ਆਹ ਸੋਚਣ ਵਾਲੀ ਗੱਲ ਹੈ। ਫਿਰ ਦੂਜੇ ਪਾਸੇ ਸਈਆਂ ਬੇਕਤਵਾਲ ਤੋਂ ਡਰ ਕਾਹੇਗਾ ਜਦੋਂ ਉਹਨਾਂ ਨੂੰ ਪਿੱਛੋਂ ਸਪੋਰਟ ਮਿਲਦੀ ਹੈ, ਜਦੋਂ ਪੁਲਿਸ ਹੀ ਨਹੀਂ ਫੜਦੀ। ਤੁਸੀਂ ਇੱਕ ਗੱਲ ਹਮੇਸ਼ਾ ਨੋਟ ਕੀਤੀ ਹੋਣੀ ਹੈ ਕਿ ਜੇ ਪੁਲਿਸ ਚਾਵੇ ਤੇ ਸ਼ਹਿਰ 'ਚ ਪੱਤਾ ਨਹੀਂ ਹਿਲਦਾ। ਤੇ ਜੇ ਵਿਰੋਧ ਹੋਣ, ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਜਿੱਦਾਂ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ, ਚਾਹੇ ਉਹ 1975 ਦੇ ਵਿੱਚ ਐਮਰਜੈਂਸੀ ਹੋਵੇ, ਉਦੋਂ ਫਰੀडम ਆਫ ਐਕਸਪ੍ਰੈਸ਼ਨ ਤੇ ਰੋਕ ਲਾਤੀ ਸੀ ਕਾਂਗਰਸ ਨੇ। ਹੁਣ ਪੰਜਾਬ ਦੇ ਵਿੱਚ ਇੱਕ ਅਨਡਿਕਲੇਅਰਡ ਐਮਰਜੈਂਸੀ ਸਿਚੁਏਸ਼ਨ ਹੈਗੀ ਹੈ। ਜੇ ਕੋਈ BJP ਦਾ ਨੇਤਾ ਜਾਂ ਲੀਡਰ ਜਾਂ ਛੋਟਾ ਜਿਹਾ ਵਰਕਰ ਵੀ ਬਾਹਰ ਨਿਕਲਣਾ ਚਾਹੁੰਦਾ ਹੈ ਤੇ ਉਹਨੂੰ ਡਰ ਲੱਗ ਰਿਹਾ ਕਿ ਕਿਤੇ ਸਟੇਟ ਸਪਾਂਸਰਡ ਮੇਰੇ ਉੱਪਰ ਕੋਈ ਅਟੈਕ ਨਾ ਹੋ ਜਾਵੇ। ਇਹਦਾ ਮਤਲਬ ਕੀ ਹੋਇਆ? ਆ ਅਨਡਿਕਲੇਅਰਡ ਐਮਰਜੈਂਸੀ ਜਿਹੜੀ ਪੰਜਾਬ 'ਚ ਲੱਗੀ ਹੋਈ ਹੈ, ਮੈਨੂੰ ਤਾਂ ਲੱਗਦਾ ਹੈਗਾ ਕਿ ਇਹ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਫਰੀडम ਆਫ ਐਕਸਪ੍ਰੈਸ਼ਨ ਰੋਕਿਆ ਜਾ ਰਿਹਾ ਹੈਗਾ। ਲੋਕੀ ਆਟੋਮੈਟਿਕਲੀ ਦੇਖੋ ਝੂਠ ਦੇ ਜ਼ਿਆਦਾ ਦਿਨ ਪੈਰ ਨਹੀਂ ਹੁੰਦੇ ਤੇ ਲੋਕਾਂ ਨੂੰ ਸਮਝ ਆ ਜਾਏਗੀ ਕਿ ਆ ਜਿਹੜੀ ਸੱਚਾਈ ਕੀ ਹੈਗੀ ਹੈ ਤੇ ਕਿਹੜੀ ਪਾਰਟੀ ਨੇ ਅੱਗੇ ਲੈ ਕੇ ਜਾਣਾ ਹੈ। ਅੱਜ ਅਸੀਂ 10% ਚੋਣਾਂ ਕੀ ਆ ਅੱਜ ਦੀਆਂ ਵੋਟਾਂ ਜਿਹੜੀਆਂ ਪੈ ਰਹੀਆਂ ਨੇ, ਕੀ ਉਮੀਦ ਲੈ ਕੇ ਜਾ ਰਹੇ ਹੋ ਤੁਸੀਂ? ਮੈਂ ਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਆਹੀ ਅਰਦਾਸ ਕਰਨਾ ਕਿ ਜਿਹੜੀਆਂ ਅੱਜ ਦੀਆਂ ਵੋਟਾਂ ਨੇ ਆ ਸੈਟਅਪ ਕਰਨਗੀਆਂ 2022। ਇਹਨਾਂ ਨੇ 2024 ਦੀ ਗੱਲ ਕੀਤੀ ਕਿ 2024 'ਚ ਵੇਖਾਂਗੇ, ਇਹਦਾ ਮਤਲਬ 2022 ਤੇ ਪਹਿਲਾਂ ਹੀ ਛੱਡੀ ਚੁੱਕੇ ਨੇ। 2022 ਡਿਸਾਈਡ ਕਰਨਗੀਆਂ। BJP ਦਾ ਜਿੰਨਾ ਦੇਖੋ ਸਾਨੂੰ ਤੇ ਆ 3-4-5 ਮਹੀਨਿਆਂ 'ਚ ਜੋ ਫੇਸ ਕਰਨਾ ਪੈ ਰਿਹਾ ਹੈ, ਚਾਹੇ ਸਟੇਟ ਸਪਾਂਸਰਡ ਟੈਰਰਿਜ਼ਮ ਹੋਵੇ, ਮੈਂ ਆਤੰਕਵਾਦੀ ਕਹਾਂਗਾ ਜੇ ਸਾਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਆ ਤੇ ਉਦੋਂ ਦੇ ਹਾਲਾਤ 84 ਵਰਗੇ ਹਾਲਾਤ ਬਣ ਗਏ ਜਦੋਂ ਅਸੀਂ ਘਰਾਂ 'ਚ ਡੱਕੇ ਹੁੰਦੇ ਸੀਗੇ ਤੇ ਸਾਨੂੰ ਹੁੰਦਾ ਸੀਗਾ। ਅੱਜ ਤੁਸੀਂ BJP ਦਾ ਇੱਕ ਨੈਸ਼ਨਲ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆ ਸਟੇਟਮੈਂਟ ਦੇ ਰਿਹਾ ਹੈ। ਨੈਸ਼ਨਲ ਪਾਰਟੀ ਦਾ ਇੱਕ ਜਿਹੜਾ ਮਿਨਿਸਟਰ ਹੋਵੇ ਸੈਂਟਰ ਦੇ ਵਿੱਚ, ਉਹਦਾ ਜਦੋਂ ਉਹਨੇ ਫੰਕਸ਼ਨ ਤੇ ਜਾਣਾ ਸੀਗਾ ਹੁਸ਼ਿਆਰਪੁਰ, ਉਹਨਾਂ ਦੇ ਜਾਣ ਤੋਂ ਪਹਿਲਾਂ ਜਿਹੜੇ ਟੈਂਟ ਉਤਾਰ ਦਿੱਤੇ ਗਏ। ਉਹਨਾਂ ਨੂੰ ਕਾਂਗਰਸ ਕਹਿੰਦੀ ਹੈ ਕਿ ਇਹ ਤਾਂ ਕਿਸਾਨਾਂ ਦਾ ਵਿਰੋਧ ਆ, ਸਾਡਾ ਵਿਰੋਧ ਕਿਉਂ ਹੈ? ਅਸੀਂ ਨਹੀਂ ਕਰ ਰਹੇ। ਦੇਖੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਲੀਡ ਕੌਣ ਕਰ ਰਿਹਾ? ਜੇ ਇੱਕ ਇਲੈਕਟਡ MP ਸਾਹਿਬ ਇਦਾਂ ਦੀ ਸਟੇਟਮੈਂਟ ਦਿੰਦੇ ਨੇ, ਬੜੇ ਰਿਸਪੈਕਟਡ ਨੇ ਲੁਧਿਆਣੇ ਦੇ ਨੇ ਸਾਡੇ ਦੇ, ਜਾਂ ਹੋਰ ਲੀਡਰ ਕਾਂਗਰਸੀਆਂ ਦੇ ਇਦਾਂ ਦੀ ਸਟੇਟਮੈਂਟਾਂ ਦਿੰਦੇ ਨੇ, ਫਿਰ ਨੈਚੁਰਲੀ ਹੈ ਕਿ ਉਹ ਨੀਚੇ ਇੱਕ ਮੈਸੇਜ ਜਾਂਦਾ ਹੈਗਾ। ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀਗਾ, ਲਾ ਐਂਡ ਆਰਡਰ ਜਿਹੜਾ ਹੁੰਦਾ ਸਟੇਟ ਸਬਜੈਕਟ ਹੈ, ਪੁਲਿਸ ਨੇ ਦੇਖਣਾ। ਜੇ ਪੁਲਿਸ ਕੌਨਫੀਡੈਂਸ ਲੈਵਲ ਲੋਕਾਂ ਦੇ ਵਿੱਚ ਆਪ ਡਰ ਪਾਏਗੀ ਵੀ ਦੇਖੋ ਵੀ ਫਰੀडम ਆਫ ਐਕਸਪ੍ਰੈਸ਼ਨ ਹੈ, ਉਹਨਾਂ ਨੂੰ ਬੋਲਣ ਦੇ ਮੁੱਦਿਆਂ ਤੇ ਲੜੋ ਨਾ। ਤੁਸੀਂ ਸਾਨੂੰ ਮੁੱਦਿਆਂ ਤੇ ਲੜੋ, ਸਾਡੇ ਨਾਲ ਤੁਸੀਂ ਡਾਂਗਾ ਸੋਟਿਆ ਕੋਈ ਗੁੰਡਾ ਤੰਤਰ ਥੋੜੀ ਹੈ। ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਤੁਸੀਂ ਅੱਜ ਸਾਨੂੰ ਦੋਵਾਂ ਨੂੰ ਬੁਲਾਇਆ, ਹੁਣ ਅਸੀਂ ਦੋਵੇਂ ਕੋਈ ਕਿਰਪਾਨਾਂ ਲੈ ਕੇ ਥੋੜੀ ਆਏ ਆ ਵੀ ਅਸੀਂ ਇੱਕ ਦੂਜੇ ਨੂੰ ਵੜ ਦੇਣਾ ਟੁੱਕ ਦੇਣਾ। ਆ ਤੇ ਉਹ ਹੋ ਰਿਹਾ ਕਿ ਅੱਜ ਮੈਂ BJP ਦਾ ਜਾ ਰਿਹਾ ਤੇ ਮੈਨੂੰ ਤੁਸੀਂ ਬੋਲਣ ਨਹੀਂ ਦੇ ਰਹੇ, ਕਾਂਗਰਸ ਦਾ ਜਾ ਰਹੇ ਇਹਨਾਂ ਨੂੰ ਹਾਰ ਪਾ ਰਹੇ ਜੇ। ਕਿਉਂ? ਜਿਹੜੇ ਸਰਕਾਰਾਂ ਨੇ ਕਿੱਲ ਤੱਕ ਲਾਤੇ, ਜਿਹੜੇ
ਪੱਥਰ ਲਾਤੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਇੱਕ ਜਾਣ ਨਹੀਂ ਦੇਣਾ ਹੈਗਾ, ਉਹ ਕੀ ਆ ਫਿਰ? ਤੁਸੀਂ ਦੱਸੋ, ਲਾਲ ਕਿਲੇ ਤੇ ਜੋ ਹੋਇਆ ਚੰਗਾ ਹੋਇਆ? ਲਾਲ ਕਿਲੇ ਤੇ ਜੋ ਹੋਇਆ ਚੰਗਾ ਹੋਇਆ। ਸਾਰੇ ਚੈਨਲਾਂ ਨੇ, ਸਾਰੇ ਪੋਲੀਟੀਕਲ ਪਾਰਟੀਆਂ ਨੇ, ਸਾਰਿਆਂ ਨੇ, ਇਹਨਾਂ ਦੇ ਸਾਰੇ MP ਸਾਹਿਬ ਨੇ ਵੀ ਕਿਹਾ ਕਿ ਮਾੜਾ ਹੋਇਆ। ਤਿਰੰਗੇ ਦਾ ਅਪਮਾਨ ਨਹੀਂ ਸੀ ਹੋਣਾ ਚਾਹੀਦਾ, ਇੱਦਾਂ ਤਿਰੰਗੇ ਨੂੰ ਸੁੱਟਿਆ ਗਿਆ ਥੱਲੇ, ਨਹੀਂ ਅਪਮਾਨ ਹੋਣਾ ਚਾਹੀਦਾ। ਇਸ ਕਰਕੇ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈਗਾ, ਸਟੇਟ ਨੇ ਦੇਖਣਾ ਹੈਗਾ ਕਿ ਮੈਂ ਲਾਅ ਐਂਡ ਆਰਡਰ ਕਿੱਦਾਂ ਕੰਟਰੋਲ ਕਰਾਂ। ਜੇ ਉਹਨਾਂ ਨੇ ਲਾਤੀ ਤੇ ਇੱਥੇ ਪੰਜਾਬ ਸਰਕਾਰ ਕਿਉਂ ਰੁਕਦੀ ਪਈ ਹੈ? ਪੰਜਾਬ ਸਰਕਾਰ ਕਿਉਂ ਨਹੀਂ BJP ਦੇ ਲੀਡਰਾਂ ਨੂੰ ਤੁਸੀਂ ਸਾਡੇ ਲੋਕਤੰਤਰਿਕ ਹੱਕ ਦਾ ਕਿਉਂ ਸਾਡਾ ਘਾਣ ਕਰ ਰਹੇ ਜੇ? ਸਾਡਾ ਲੋਕਤੰਤਰਿਕ ਹੱਕ ਤੇ ਹੈਗਾ ਨਾ। ਤਾਂ ਕੁਛ ਨਾ ਇਸ ਗੱਲ ਤੇ ਕੁੰਵਰ ਹਰਪ੍ਰੀਤ, ਜਿਸ ਢੰਗ ਦੇ ਨਾਲ ਭਾਜਪਾ ਵਾਲੇ ਕਹਿ ਰਹੇ ਨੇ, ਆਗੂ ਕਹਿ ਰਹੇ ਨੇ ਕਿ ਇਹ ਜ਼ਰੂਰੀ ਹੈਗਾ ਕਿ ਜਿਹੜੀ ਪੁਲਿਸ ਪ੍ਰੋਟੈਕਸ਼ਨ ਆ ਉਹ ਦਿੱਤੀ ਜਾਵੇ, ਕਿਉਂਕਿ ਇਹਨਾਂ ਦਾ ਵੀ ਉਨਾ ਹੀ ਮੌਲਿਕ ਅਧਿਕਾਰ ਹੈ। ਠੀਕ ਹੈ, ਡੈਮੋਕ੍ਰੇਸੀ ਦੇ ਵਿੱਚ ਜੇ ਵਿਰੋਧ ਕਰਨ ਦਾ ਅਧਿਕਾਰ ਹੈ ਤਾਂ ਦੂਜੇ ਪਾਸੇ ਆਗੂਆਂ ਦਾ ਵੀ ਅਧਿਕਾਰ ਹੈ, ਉਹ ਲੋਕਾਂ ਤੱਕ ਜਾ ਰਹੇ ਨੇ, ਕਿਉਂ ਉਹਨਾਂ ਨੂੰ ਅੰਦਰ ਇਸ ਢੰਗ ਦੇ ਨਾਲ ਵਿਰੋਧ? ਉਹ ਕਹਿੰਦੇ ਕਾਂਗਰਸ ਦਾ ਹੱਥ ਹੈ। ਪਹਿਲੀ ਗੱਲ ਤਾਂ ਮੇਰੇ ਉਸ ਸਵਾਲ ਦਾ ਤੁਸੀਂ ਜਵਾਬ ਨਹੀਂ ਲੈ ਕੇ ਦਿੱਤਾ ਵੀ ਕਿਉਂ ਜਿਹੜਾ ਪੰਜਾਬ ਦਾ GST ਦਾ ਹੱਕ ਹੈ ਉਹ ਨਹੀਂ ਮਿਲ ਰਿਹਾ, ਇਹਨਾਂ ਨੂੰ ਤੁਸੀਂ ਉਹ ਪੁੱਛਿਆ ਨਹੀਂ। ਪਹਿਲੀ ਗੱਲ ਤਾਂ ਉਹਦਾ ਮੇਰਾ ਸਵਾਲ ਹਜੇ ਉਹ ਬਕਾਇਆ, ਉਹਦਾ ਜਵਾਬ ਚਾਹੀਦਾ। ਦੂਸਰੀ ਗੱਲ ਇਹ ਆ ਕਿ ਜਿਹੜਾ ਇਹ ਕਹਿੰਦੇ ਵੀ ਤਿਰੰਗੇ ਦਾ ਅਪਮਾਨ ਹੋਇਆ, ਤਿਰੰਗੇ ਦਾ ਕਿਸੇ ਨੇ ਕੋਈ ਅਪਮਾਨ ਨਹੀਂ ਕੀਤਾ। ਇਹਨਾਂ ਨੇ ਭੀੜ ਨੂੰ ਲੀਡ ਕਰਕੇ ਆਪਣੇ ਬੰਦੇ ਵਿੱਚ ਵਾੜ ਕੇ ਉੱਥੇ ਆਪਣੇ ਲਾਲ ਕਿਲੇ ਦੇ ਉੱਤੇ ਜਿਹੜਾ ਇਹ ਮੌਬ ਇਕੱਠੀ ਕੀਤੀ, ਔਰ ਇਹਨਾਂ ਦੀ ਜਿਹੜੀ ਹੈ ਸਰਕਾਰ ਦੀ ਇਹ ਪਾਲਿਸੀ ਸੀ ਕਿ ਉੱਥੇ ਮਾਹੌਲ ਖਰਾਬ ਹੋਵੇ ਤੇ ਅਸੀਂ ਇਹ ਕਿਸਾਨਾਂ ਦੇ ਨਾਂ ਲਾਈਏ। ਉਸ ਤੋਂ ਬਾਅਦ ਆ ਗਈ ਜਿਹੜੀ ਇਹਨਾਂ ਨੇ ਗੱਲ ਕੀਤੀ ਆਪਣੇ MP ਸਾਹਿਬ ਦੀ, ਉਹਨਾਂ ਨੇ ਕਿਹਾ ਵੀ ਮੈਂ ਹਮਲਾ ਕਰਾਇਆ। ਬਿਲਕੁਲ ਨਹੀਂ, ਉਹਨਾਂ ਨੇ ਇਹ ਗੱਲ ਕਹੀ ਹੈ। ਕੱਲ ਨੂੰ ਧਿਆਨ ਨਾਲ ਸੁਣਿਆ ਕਰੋ, ਸੋਈ ਸਾਹਿਬ, ਜਿੱਦਾਂ ਸੁਣਨਾ ਚਾਹੁੰਦੇ ਹੋ ਉੱਦਾਂ ਨਹੀਂ ਸੁਣਨਾ, ਜਿਹੜੀ ਗੱਲ ਅਸਲੀਅਤ ਆ ਉਹ ਅਸਲੀਅਤ ਹੀ ਰਹਿਣੀ ਹੈ। ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜਿਹੜਾ ਤੁਸੀਂ ਪਰਚੇ ਕਰਦੇ ਹੋ ਲੋਕਾਂ ਦੇ ਉੱਤੇ, ਆਮ ਜਿਹੜੇ ਕਿਸਾਨ ਭਰਾਵਾਂ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਆ, ਤੁਹਾਡਾ ਵਿਰੋਧ ਕਰਦੇ ਆ, ਤੇ ਤੁਸੀਂ ਉਹਨਾਂ ਦੇ ਉੱਤੇ ਜੇ ਤੁਸੀਂ 307 ਦਾ ਪਰਚਾ ਕਰੋਗੇ ਤੇ ਉਹ ਕਹੂਗਾ ਨਾ ਵੀ ਮੇਰੇ ਤੇ ਕਰੋ ਜਿਹੜਾ ਪਰਚਾ ਕਰਨਾ, ਕਿਉਂਕਿ ਲੋਕਾਂ ਦਾ ਲੀਡਰ ਹੋਣ ਦੇ ਨਾਤੇ ਉਹਦਾ ਫਰਜ਼ ਬਣਦਾ ਕਿ ਆਪਣੇ ਲੋਕਾਂ ਦੇ ਹੱਕ 'ਚ ਖੜੇ, ਆਪਣੇ ਲੋਕਾਂ ਦੇ ਪੱਖ ਦੀ ਗੱਲ ਕਰੇ। ਤੇ ਕਿਉਂ ਨਾ ਕਰੇ? ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਇਹ ਕਹਿੰਦੇ ਭਾਜਪਾ ਦੇ ਸਮੇਂ ਸਾਡੇ ਕੋਈ ਸਕੈਮ ਨਹੀਂ ਹੋਇਆ, ਜਦੋਂ ਕਾਂਗਰਸ ਦੀ UPA ਸਰਕਾਰ ਸੀਗੀ ਉਦੋਂ ਸਕੈਮ ਹੀ ਸਕੈਮ ਸੀਗੀ। ਸਭ ਤੋਂ ਵੱਡਾ ਸਕੈਮ ਨੋਟਬੰਦੀ ਹੋਤਾ ਗਿਆ, ਉਹ ਹਜੇ ਕਸਰ ਹੈ, ਹਜੇ ਕਸਰ ਹੈ। ਗੋਦੀ ਮੀਡੀਆ ਸਾਰਾ ਇਹਨਾਂ ਨੇ ਮੀਡੀਆ ਖਰੀਦ ਲਿਆ, ਉਹ ਬੋਲਦਾ ਹੀ ਨਹੀਂ, ਗੱਲਾਂ ਹੀ ਨਹੀਂ ਬਾਹਰ ਨਿਕਲ ਕੇ ਆਉਂਦੀਆਂ। ਉਦੋਂ ਜਿਹੜੇ ਸਕੈਮ ਹੋਏ, ਕਿਹੜੇ ਸਕੈਮ ਦੇ ਵਿੱਚ ਦੱਸੋ ਕਿ ਤੁਹਾਡੀ ਸਰਕਾਰ ਹੈ, ਦੇ ਦਿਓ ਸਜ਼ਾ ਫਿਰ ਕਲਮਾਡੀ ਨੂੰ। ਜੇ ਤੁਸੀਂ ਕਹਿੰਦੇ ਹੋ ਕਾਮਨਵੈਲਥ ਦਾ ਹੋ ਗਿਆ, ਜੇ ਕੋਲ ਘੁਟਾਲਾ ਹੋ ਗਿਆ, 2G ਸਪੈਕਟਰਮ, ਕਿਹੜਾ ਦੱਸੋ ਇੱਕ ਸਾਬਤ ਕਰੋ। ਇਹ ਤਾਂ ਫਾਲਤੂ ਗੱਲਾਂ ਨੇ। ਅੱਜ ਤੱਕ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇਹ ਗੱਲ ਕਰਦੇ ਆ। ਕਿਉਂ? ਮੈਂ ਕਹਿੰਦਾ ਵੀ ਜਦੋਂ ਤੁਹਾਡੀ ਗੱਲ ਝੂਠੀ ਸਾਬਤ ਹੋ ਜੇ ਉਹਨੂੰ ਬਾਰ-ਬਾਰ ਰਿਪੀਟ ਕਰੀ ਜਾਣਾ। ਇਹ ਕਿੱਥੋਂ ਇਹਨਾਂ ਨੇ ਟ੍ਰੇਨਿੰਗ ਕਿੱਥੋਂ ਲਈ ਹੈ? ਉੱਥੇ RSS ਦੇ ਸ਼ਿਵਰਾਂ 'ਚ ਇਹ ਕੁਝ ਸਿਖਾਉਂਦੇ ਇਹਨਾਂ ਨੂੰ? ਇੱਕ ਇਹਨਾਂ ਦੇ ਪ੍ਰਧਾਨ ਮੰਤਰੀ ਦੀ ਭਾਸ਼ਾ ਦੱਸੋ, ਉਹ ਜਿਹੜੇ ਲੋਕ ਅੰਦੋਲਨ ਕਰ ਰਹੇ ਆ। ਇੱਕ ਕੱਲ੍ਹ ਦੀ ਤੁਹਾਨੂੰ ਮੈਂ ਤਾਜ਼ੀ ਸਟੇਟਮੈਂਟ ਇਹਨਾਂ ਦੇ ਹਰਿਆਣੇ ਦਾ ਉਹ ਕਿਹੜਾ ਮੰਤਰੀ ਆ, ਉਹ ਕਹਿੰਦਾ ਹਾਂ, ਉਹ ਕਹਿੰਦਾ ਜੀ ਇਹ ਤਾਂ ਮਰਨਾ ਹੀ ਸੀ, ਇਹ ਤਾਂ ਜਾਣ ਕੇ ਮਰ ਰਹੇ। ਕਮਾਲ ਦੀ ਗੱਲ ਹੈ, ਜਿਨ੍ਹਾਂ ਨੂੰ ਉੱਥੇ ਕੋਈ ਠੰਡ ਲੱਗ ਕੇ ਮਰ ਗਿਆ ਬਜ਼ੁਰਗ ਹੈ, ਉੱਥੇ ਜੇ ਘਰ ਹੁੰਦਾ ਤੇ ਮਰ ਜਾਂਦਾ ਹੈ। ਤੇ ਫਿਰ ਕਹਿੰਦੇ ਵੀ ਉਹ ਜੇ ਕਈਆਂ ਨੂੰ ਹਾਰਟ ਅਟੈਕ ਆ ਗਏ। ਉਹ ਤੁਹਾਨੂੰ ਵੀ ਪਤਾ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਹਾਰਟ ਦੀ ਪ੍ਰੋਬਲਮ ਸਭ ਤੋਂ ਪਹਿਲਾਂ ਹੁੰਦੀ ਹੈ, ਜਿਸ ਬੰਦੇ ਦੇ ਵੀ ਮਾੜੀ ਮੋਟੀ ਵੀ ਕੋਈ ਪਹਿਲਾਂ ਪ੍ਰੋਬਲਮ ਹੋਵੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਇਹ ਕਿਹੜੇ ਮੂੰਹ ਨਾਲ? ਮੈਂ ਸਮਝਦਾ ਵੀ ਉੱਥੇ ਬੈਠੇ ਆ, ਪੰਜਾਬੀ ਹੋਣ ਦਾ ਇਹ ਫਰਜ਼ ਨਿਭਾ ਰਹੇ ਆ, ਪੰਜਾਬ ਦਾ ਖਾ ਰਹੇ ਆ। ਔਰ ਸਭ ਤੋਂ ਵੱਡੀ ਗੱਲ, ਜਿਹੜਾ ਇਹਨਾਂ ਦਾ ਨੈਸ਼ਨਲ ਜਿਹੜਾ ਆਪਣਾ ਸਾਡਾ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਉਹਦੇ ਵਿੱਚ ਤਾਂ ਮੈਂ ਕਹਿੰਦਾ ਵੀ ਇਹ ਜਿਹੜਾ ਜਦੋਂ ਉਹਨੂੰ ਧਿਆਨ 'ਚ ਰੱਖਦੇ ਆ ਖਾਸ ਕਰਕੇ, ਤੇ ਇਹ ਕਿਸਾਨ ਅੰਦੋਲਨ ਨਹੀਂ, ਇਹ ਜਨ ਅੰਦੋਲਨ ਦਾ ਨਾਂ ਇਹਨੂੰ ਦੇਣਾ ਸਾਡਾ ਬਣਦਾ। ਕਿਉਂਕਿ ਉਹਦੇ ਵਿੱਚ ਤਾਂ ਇਹਨਾਂ ਨੇ ਸਾਰੇ ਹੀ, ਚਾਹੇ ਮਜ਼ਦੂਰ ਤੋਂ ਲੈ ਕੇ, ਚਾਹੇ ਵਪਾਰੀ ਤੋਂ ਲੈ ਕੇ, ਚਾਹੇ ਕੋਈ ਬੰਦਾ ਰਿਕਸ਼ੇ ਵਾਲਾ, ਕੋਈ ਟਾਂਗੇ ਵਾਲਾ, ਕੋਈ ਵਿਚਾਰਾ ਰੇਹੜੀ ਵਾਲਾ, ਹਰੇਕ ਦਾ ਹੀ ਕਾਣ ਕਰ ਦੇਣਾ। ਕਿਉਂਕਿ ਜਿਹੜੀ ਇਹਨਾਂ ਨੇ ਉਹਦੇ 'ਚ ਮੱਦਾਂ ਨੇ, ਜਿਹੜੀਆਂ ਮੱਦਾਂ ਨੇ, ਉਹਨਾਂ ਦੇ ਕਰਕੇ ਜਿਹੜੀ ਮਹਿੰਗਾਈ ਜਿੰਨੀ ਸ਼ੂਟ ਅਪ ਕਰ ਜਾਣੀ ਹੈ, ਆਮ ਬੰਦਾ ਤਾਂ ਵਿਚਾਰਾ ਰੋਟੀ ਤੋਂ ਬਾਹਰ ਉਹ ਆਪਣੇ ਬ੍ਰੈਡ ਬਟਰ ਤੋਂ ਕਹੀ ਜਾਂਦੇ ਨੇ, ਕਹਿੰਦੇ ਬਹੁਤ ਹੱਕ 'ਚ ਨੇ, ਬਹੁਤ ਫਾਇਦੇਮੰਦ ਨੇ। ਇਹ ਹੱਕ 'ਚ ਤਾਂ ਨੇ, ਇਹਨਾਂ ਨੂੰ ਕੁਝ ਲੱਭਦਾ, ਇਹਨਾਂ ਨੂੰ ਕੁਝ ਦਿਖਦਾ ਵੀ ਅਸੀਂ ਜੇ ਹੱਕ 'ਚ ਗੱਲ ਕਰਾਂਗੇ, ਕੱਲ ਨੂੰ ਜਾ ਕੇ ਦਿਖਾਵਾਂਗੇ, ਦੇਖੋ ਜੀ ਅਸੀਂ ਤੁਹਾਡੀ ਆ ਪੱਖ ਪੂਰੀ, ਭਾਵੇਂ ਲੋਕਾਂ ਨੇ ਸਾਨੂੰ ਜੁੱਤੀਆਂ ਹੀ ਮਾਰੀਆਂ, ਪਰ ਅਸੀਂ ਤੁਹਾਡੇ ਜਿਹੜਾ ਹੈਗਾ ਤੁਹਾਡੀ ਚਮਚਾਗਰੀ ਕਰਨ ਤੋਂ ਅਸੀਂ ਬਾਜ ਨਹੀਂ ਆਏ, ਤੇ ਸਾਨੂੰ ਸ਼ਾਇਦ ਭਾਈ ਕੁਝ ਨਾ ਕੁਝ ਟੁੱਕਰ ਮਿਲ ਜੇ। ਆਹ ਗੱਲ ਹੈ, ਆਹ ਸੋਚ ਹੈ, ਉਸ ਦੇ ਕਰਕੇ ਹੱਕ 'ਚ ਨੇ, ਤੇ ਆਹ ਇਹਨਾਂ ਦੇ ਹੱਕ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਣਾ। ਤੇ ਇਸ ਕਰਕੇ ਇੱਕ ਮੇਰੀ ਬੇਨਤੀ ਸੁਣ ਲਓ, ਇਹਨਾਂ ਤੋਂ ਪ੍ਰਧਾਨ ਮੰਤਰੀ ਤੋਂ ਇਹਨਾਂ ਨੂੰ ਕੋਈ ਜਵਾਬ ਦੇਣ, ਜਿਹੜਾ ਉਹਨਾਂ ਨੇ ਪ੍ਰਧਾਨ ਮੰਤਰੀ ਸਭ ਦੇ ਸਾਂਝੇ ਹੁੰਦੇ ਨੇ ਕਹਿੰਦੇ। ਨਹੀਂ, ਪ੍ਰਧਾਨ ਮੰਤਰੀ ਸਭ ਦੇ ਸਾਂਝੇ ਨੇ, ਲੇਕਿਨ ਫਿਰ ਪੱਖਪਾਤ ਉਹ ਕਿਉਂ ਕਰ ਰਹੇ ਆ? ਤੇ ਜੇ ਉਹ ਪੱਖਪਾਤ ਕਰ ਰਹੇ ਫਿਰ ਸਾਡੇ ਪ੍ਰਧਾਨ ਮੰਤਰੀ ਹੈ ਨਹੀਂ ਯਾਰ, ਜਾਓ। ਸੋਈ ਸਾਹਿਬ, ਇਹ ਗੁੱਸਾ ਕੁੰਵਰ ਹਰਪ੍ਰੀਤ ਦਾ ਜਾਇਜ਼ ਹੈਗਾ ਕਿ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ? ਜੇ ਕਮੋਡਿਟੀ ਜਿਹੜਾ ਐਕਟ ਹੈਗਾ ਉਹਦੇ ਵਿੱਚ ਸਟਾਕ ਕੋਈ ਜਿੰਨਾ ਮਰਜ਼ੀ ਕਰ ਲਵੇ, ਜੇ ਸਟਾਕ ਵੱਧ ਕਰੂਗਾ ਤਾਂ ਉਹਨੇ ਮਹਿੰਗਾਈ ਉਹਦੇ ਨਾਲ ਵਧਣੀ ਹੈ। ਜੇ ਅੱਜ ਚੀਨੀ ਆ ਰਹੀ ਹੈ, ਉਹਨੂੰ ਕਿਸੇ ਨੇ ਸਟਾਕ ਕਰ ਲਿਆ ਤਾਂ ਮਾਰਕੀਟ 'ਚ ਨਹੀਂ ਜਾਊਗੀ। ਡਿਮਾਂਡ ਤੇ ਸਪਲਾਈ ਜਦੋਂ ਕਹਿੰਦੇ ਨੇ, ਉਹਦਾ ਸਭ ਨੂੰ ਪਤਾ ਫਾਰਮੂਲਾ। ਪਹਿਲਾਂ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਗੁੱਸਾ ਨਾ ਹੋਣਾ, ਮੈਂ ਕਿਉਂ ਬਲੱਡ ਪ੍ਰੈਸ਼ਰ ਵਧਾਉਂਦੇ ਨੇ ਨਾ, ਇਹਨਾਂ ਦੇ ਕਹਿਣ ਨਾਲ ਕੁਝ ਹੋਣਾ। ਤੇ ਹੋਣਾ ਤੇ ਜੋ ਪਬਲਿਕ ਸਭ ਜਾਣਦੀ ਹੈ, ਲੋਕਾਂ ਨੂੰ
ਲੋਕਾਂ ਦੀ ਆਵਾਜ਼ ਹੀ ਜੋ ਹੁੰਦੀ ਹੈ, ਕਹਿੰਦੇ ਨਾ ਆਵਾਜ਼ੇ ਖਲਕਤ ਨਗਾੜੇ ਖੁਦਾ, ਤੇ ਉਹ ਲੋਕਾਂ ਦੀ ਆਵਾਜ਼ ਨਾਲ ਹੀ ਸਾਰਾ ਕੁਝ ਹੋਣਾ ਹੈ। ਲੋਕੀ ਸਭ ਜਾਣਦੇ ਆ ਕਿ ਕਿੰਨੇ ਸਕੈਮ ਕੀਤੇ, ਕਿੰਨੇ ਨਹੀਂ ਕੀਤੇ, ਕਿਉਂ ਕੀਤੇ, ਕਿੱਦਾਂ ਹੋਏ, ਕਿਉਂ ਹੋਇਆ, ਕਿੱਦਾਂ ਮਨਮੋਹਨ ਸਿੰਘ ਜੀ ਦਾ ਵਿਚਾਰਿਆਂ ਨੂੰ, ਸਾਡੇ ਭੋਲੇ ਭਾਲੇ ਸਰਦਾਰ ਭਰਾ ਨੂੰ ਇਹਨੇ ਵਰਲਡ ਦੇ ਬੈਸਟ ਇਕੋਨੋਮਿਸਟ ਨੂੰ ਕਿੱਦਾਂ ਇੱਕ 5 ਸਾਲ ਜਾਂ 10 ਸਾਲ ਬੰਦੀ ਬਣਾ ਕੇ ਰੱਖਿਆ ਗਿਆ ਕਿਸਮ ਦਾ। ਮੈਂ ਨਹੀਂ ਕੋਈ ਗੱਲਾਂ ਕਹਿਣਾ ਚਾਹੁੰਦਾ, ਜੋ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਵਿਚਾਰਿਆਂ ਨੇ ਬੋਲਿਆ। ਦੇਖੋ ਉਹ ਰਾਜਨੀਤੀ ਗੱਲਾਂ ਨੇ, ਰਾਜਨੀਤੀ ਗੱਲਾਂ ਸਾਨੂੰ ਕਰਨੀਆਂ ਨਹੀਂ ਚਾਹੀਦੀਆਂ ਇਸ ਮੌਕੇ ਦੇ ਉੱਪਰ। ਇਸ ਮੌਕੇ ਦੇ ਉੱਪਰ ਤੇ ਜਿਹੜੇ ਲੋਕੀ ਵੋਟ ਪਾਉਣ ਜਾਂਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਣੇ ਵਿਵੇਕ ਦੇ ਨਾਲ, ਆਪਣਾ ਸੋਚ ਸਮਝ ਕੇ ਜੋ ਤੁਹਾਡੇ ਨਾਲ ਪ੍ਰੋਮਿਸ ਕੀਤੇ ਗਏ ਸੀਗੇ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਵੋਟ ਪਾਇਓ। ਬਾਕੀ ਪ੍ਰਧਾਨ ਮੰਤਰੀ ਸਾਰਿਆਂ ਦੇ ਸਾਂਝੇ ਹੁੰਦੇ ਨੇ। ਸਾਡੇ ਵਾਸਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਓਡੇ ਹੀ ਵਧੀਆ ਪ੍ਰਧਾਨ ਮੰਤਰੀ ਰਹੇ ਨੇ। ਉਹਨਾਂ ਦੇ ਥੱਲੇ ਕੁਝ ਹੋਇਆ ਤੇ ਉਹ ਨੈਚੁਰਲੀ ਹੈ ਕਿ ਜਿਸ ਬੰਦੇ ਨੇ ਕੀਤਾ ਉਹ ਜ਼ਿੰਮੇਵਾਰ ਹੈ, ਜਿੰਨੇ ਵੀ ਘੁਟਾਲੇ ਕੀਤੇ। ਲੇਕਿਨ ਇੱਕ ਨਾਂ ਤੇ ਕਹਿੰਦੇ ਨਾ ਜਿੱਤਦੀਆਂ ਹਾਰਦੀਆਂ ਫੌਜਾਂ ਨੇ, ਲੇਕਿਨ ਨਾਂ ਜਰਨੈਲ ਦਾ ਹੀ ਹੁੰਦਾ ਤੇ ਜਰਨੈਲ ਨੂੰ ਹੀ ਕਈ ਵਾਰ ਗੱਲਾਂ ਸੁਣਨੀਆਂ ਪੈਂਦੀਆਂ। ਬਹੁਤ ਧੰਨਵਾਦ ਡਾਕਟਰ ਕਮਲਜੀਤ ਸੋਈ, ਕੰਵਰ ਹਰਪ੍ਰੀਤ। ਤਾਂ ਲਗਾਤਾਰ ਜਿਸ ਢੰਗ ਦੇ ਨਾਲ ਨਗਰ ਨਿਗਮ ਮਿਊਨਿਸਪਲ ਚੋਣਾਂ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ, ਕਈ ਤਾਂ ਹਿੰਸਾ ਜ਼ਰੂਰ ਹੋਈ ਹੈ, ਪਰ ਜਿਹੜੀ ਫੇਅਰ ਇਲੈਕਸ਼ਨ ਹੈ, ਨਿਰਪੱਖ ਚੋਣਾਂ ਉਹ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਵੀ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ।